ਦੋਸਤੋ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਸੋ ਐਕਸਰਸਾਈਜ਼ 6.2 ਜਿਹੜੀ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਟੌਪਿਕਸ ਜਿਹੜੇ ਨੇ ਐਂਗਲਸ ਜਿਹੜੇ ਨੇ ਉਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਜਿਹੜੀ 6.2 ਹੈ ਉਹ ਸਾਡੇ ਪਾਸ ਬੇਸਡ ਹੈ ਕਿ ਜੇਕਰ ਐਲ ਅਤੇ ਐਮ ਦੋ ਪੈਰਲਲ ਲਾਈਨਸ ਨੇ, ਸਮਾਨਾਂਤਰ ਰੇਖਾਵਾਂ ਨੇ, ਅਤੇ ਇਹਨਾਂ ਨੂੰ ਕੋਈ ਟਰਾਂਸਵਰਸਲ ਲਾਈਨ ਕੱਢਦੀ ਹੈ। ਇਹ ਸਾਡੇ ਪਾਸ ਕੋਈ ਇਹਨਾਂ ਦੇ ਉੱਪਰ ਅਸੀਂ ਲਾਈਨ ਸਿੱਟੀ ਹੈ ਅਤੇ ਸਾਡੇ ਪਾਸ ਐਂਗਲ ਬਣਾਉਂਦੀ ਹੈ ਕਈ, ਜਿਸ ਦੇ ਵਿੱਚ ਮੇਜਰ ਜਿਹੜੇ ਸਾਡੇ ਇੰਪੋਰਟੈਂਟ ਐਂਗਲਸ ਨੇ ਇਸ ਐਕਸਰਸਾਈਜ਼ ਦੇ ਵਿੱਚ ਉਹਨੇ ਕੋਰਸਪੋਂਡਿੰਗ ਐਂਗਲ ਸੰਗਤ ਕੋਣ। ਦੂਸਰੇ ਨੇ ਸਾਡੇ ਪਾਸ ਅਲਟਰਨੇਟ ਇੰਟੀਰੀਅਰ ਐਂਗਲਸ ਅੰਦਰੂਨੀ ਇਕਾਂਤਰ ਕੋਣ। ਬਾਹਰੀ ਇਕਾਂਤਰ ਵੀ ਹੁੰਦੇ ਨੇ, ਇਹਦੇ ਵਿੱਚ ਸਾਡੇ ਪਾਸ ਰੇਖੀ ਜੋੜੇ ਵੀ ਬਣਦੇ ਨੇ, ਸ਼ਿਖਰ ਸਨੁਖ ਵੀ ਬਣਦੇ ਨੇ, ਉਹ ਅਸੀਂ 6.1 ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਸੰਗਤ ਕੋਣ ਕੋਰਸਪੋਂਡਿੰਗ ਐਂਗਲਸ, ਇਹਦਾ ਮਤਲਬ ਹੈ ਕਿ ਬਿਲਕੁਲ ਸੇਮ ਜੇ ਮੈਂ ਰਾਈਟ ਸਾਈਡ ਦੇ ਐਂਗਲ ਦੀ ਗੱਲ ਕਰ ਰਿਹਾ ਤਾਂ ਦੂਸਰਾ ਐਂਗਲ ਵੀ ਰਾਈਟ ਸਾਈਡ ਹੋਣਾ ਚਾਹੀਦਾ, ਜੋੜਿਆਂ ਦੇ ਵਿੱਚ ਹੋਣਗੇ। ਜਿਵੇਂ ਮੈਂ ਗੱਲ ਕਰਾਂ ਕਿ ਇਹ ਜਿਹੜਾ ਐਂਗਲ ਹੈ ਇਹ ਇਸ ਰੇਖਾ ਦੇ ਸੱਜੇ ਹੱਥ ਬਣ ਰਿਹਾ, ਉੱਪਰ ਆਹ ਵਾਲਾ, ਠੀਕ ਹੈ, ਰਾਈਟ ਸਾਈਡ 'ਤੇ ਹੈ, ਤਾਂ ਮੈਂ ਇਹਦੇ ਇੱਕ ਸਨਮੁਖ ਰਾਈਟ ਸਾਈਡ ਵਾਲਾ ਐਂਗਲ ਲੈਣਾ। ਸੋ ਰਾਈਟ ਸਾਈਡ ਐਂਗਲ ਮੇਰੇ ਕੋਲ ਚਾਰ ਬਣਦੇ ਨੇ, ਇੱਕ ਇਹ ਬਣਦਾ, ਇੱਕ ਇਹ ਬਣਦਾ, ਇੱਕ ਇਹ ਬਣਦਾ। ਬਟ ਜੇਕਰ ਮੈਂ ਐਲ ਲਾਈਨ ਦੇਖਾਂ ਤਾਂ ਇਹ ਐਲ ਦੇ ਉੱਪਰ ਬਣਦਾ, ਇਸ ਲਾਈਨ ਦੇ ਰਾਈਟ ਸਾਈਡ 'ਤੇ ਬਣਦਾ, ਤਾਂ ਮੈਂ ਰਾਈਟ ਸਾਈਡ ਵਾਲਾ ਐਂਗਲ ਚੁਣਨਾ। ਇਹ ਐਲ ਦੇ ਉੱਪਰ ਬਣ ਰਿਹਾ ਤਾਂ ਸਿਮ ਬਿਲਕੁਲ ਇੱਦਾਂ ਦੀ ਪੋਜੀਸ਼ਨ ਕਿੱਥੇ ਹੈ, ਇਸ ਲਾਈਨ ਦੇ ਇੱਧਰ ਬਣੇ ਅਤੇ ਲਾਈਨ ਦੇ ਉੱਪਰ ਬਣੇ, ਤਾਂ ਇਹ ਐਂਗਲ ਬਣਿਆ। ਇਸ ਨੂੰ ਅਸੀਂ ਬੋਲਦੇ ਹਾਂ ਕੋਰਸਪੋਂਡਿੰਗ ਐਂਗਲਸ, ਬਿਲਕੁਲ ਸੇਮ। ਜਾਂ ਖੱਬੇ ਹੱਥ ਉੱਪਰ, ਜੇ ਮੈਂ ਲੈਫਟ ਸਾਈਡ ਦੀ ਗੱਲ ਕਰਾਂ ਇੱਧਰ ਅਤੇ ਉੱਪਰ ਵੱਲ ਤਾਂ ਇਹ ਐਂਗਲ ਬਣਦਾ, ਤਾਂ ਇੱਧਰ ਵੀ ਲੈਫਟ ਸਾਈਡ ਅਤੇ ਉੱਪਰ ਵੱਲ ਇਹ ਐਂਗਲ ਬਣੇਗਾ, ਤਾਂ ਅਸੀਂ ਉਸਨੂੰ ਬੋਲਦੇ ਹਾਂ ਕੋਰਸਪੋਂਡਿੰਗ। ਨੀਚੇ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਦੂਸਰਾ ਹੈ ਅਲਟਰਨੇਟ ਇੰਟੀਰੀਅਰ, ਅੰਦਰ ਵੱਲ ਕਿੰਨੇ ਐਂਗਲ ਨੇ, ਇੱਕ ਇਹ ਅੰਦਰ, ਇੱਕ ਇਹ ਹੈ, ਇੱਕ ਇਹ ਹੈ ਅਤੇ ਇੱਕ ਇਹ ਹੈ। ਬਟ ਅਲਟਰਨੇਟ ਡਾਇਰੈਕਸ਼ਨ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੋਣੇ ਚਾਹੀਦੀਆਂ, ਅਲਟਰਨੇਟ ਹੋਣੇ ਚਾਹੀਦੀਆਂ, ਉਲਟ। ਸੋ ਬਿਲਕੁਲ ਸਾਰਾ ਕੁਛ ਇਹ ਇੱਧਰ ਵੱਲ ਹੈ ਤਾਂ ਇਹਦੇ ਬਿਲਕੁਲ ਆਪੋਜ਼ਿਟ ਇਹ ਇੱਧਰ ਵੱਲ ਹੈ, ਤਾਂ ਇਹ ਅਤੇ ਇਹ ਕੀ ਬਣਨਗੇ, ਅਲਟਰਨੇਟ ਇੰਟੀਰੀਅਰ। ਇਹ ਬਣਾਉਂਦੇ ਨੇ ਸਾਡੇ ਪਾਸ ਜ਼ੈਡ, ਆਮ ਕਰਕੇ ਜੇ ਅਸੀਂ ਜ਼ੈਡ ਫਾਰਮ ਦੇ ਵਿੱਚ ਹੁੰਦੇ ਨੇ। ਜਿਹੜੇ ਸੰਗਤ ਐਂਗਲ ਹੁੰਦੇ ਨੇ, ਸੰਗਤ ਕੋਣ ਨੇ ਸਾਡੇ ਪਾਸ, ਉਹ ਐਫ ਦੇ ਸ਼ੇਪ ਦੇ ਵਿੱਚ ਹੁੰਦੇ, ਮੀਨਸ ਆਹ ਵਾਲਾ ਪਾਰਟ ਅਸੀਂ ਐਫ ਦਾ ਜੇ ਲਈਏ, ਜ਼ੈਡ ਦੇ ਵਿੱਚ ਅਸੀਂ ਇਹ ਵਾਲਾ ਪਾਰਟ ਲਈਏ, ਤਾਂ ਇਹ ਸਾਡੇ ਹੋ ਗਏ ਇਕਾਂਤਰ ਕੋਣ, ਅੰਦਰੂਨੀ ਇਕਾਂਤਰ। ਸੋ ਇਹ ਦੋ ਮੇਜਰ ਕੰਸੈਪਟ ਅਸੀਂ 6.2 ਐਕਸਰਸਾਈਜ਼ ਦੇ ਵਿੱਚ ਲੈ ਕੇ ਚੱਲਾਂਗੇ। ਸੋ ਕੁਐਸਚਨ ਨੰਬਰ 1 ਡਿਸਕਸ ਕਰਦੇ ਹਾਂ। ਇਹ ਬਰਾਬਰ ਕਦੋਂ ਹੁੰਦੇ ਨੇ, ਜਦੋਂ ਦੋਨੇ ਲਾਈਨਾਂ ਕੀ ਹੋਣ, ਪੈਰਲਲ। ਇਹਦੇ ਉਲਟ ਵੀ ਅਸੀਂ ਕਰ ਸਕਦੇ ਹਾਂ ਕਿ ਜੇਕਰ ਕੋਰਸਪੋਂਡਿੰਗ ਐਂਗਲਸ ਬਰਾਬਰ ਨੇ ਤਾਂ ਲਾਈਨਾਂ ਪੈਰਲਲ ਨੇ, ਅਲਟਰਨੇਟ ਇੰਟੀਰੀਅਰ ਐਂਗਲਸ ਬਰਾਬਰ ਨੇ ਤਾਂ ਵੀ ਲਾਈਨਸ ਪੈਰਲਲ ਨੇ। ਜੇ ਪੈਰਲਲ ਨੇ ਤਾਂ ਇਹ ਕੰਡੀਸ਼ਨ ਹੈ, ਜੇ ਇਹ ਕੰਡੀਸ਼ਨ ਹੈ ਤਾਂ ਲਾਈਨਾਂ ਪੈਰਲਲ ਨੇ। ਮੀਨਸ ਅਸੀਂ ਦੋਨੋਂ ਸਾਈਡ ਨੂੰ ਇਸ ਚੀਜ਼ ਨੂੰ ਅਪਲਾਈ ਕਰ ਸਕਦੇ ਹਾਂ, ਇਫ ਐਂਡ ਓਨਲੀ ਇਫ ਦੇ ਵਿੱਚ। ਸੋ 6.2 ਐਕਸਰਸਾਈਜ਼ ਦੇ ਵਿੱਚ ਕੁਐਸਚਨ ਨੰਬਰ 1 ਕੀ ਹੈ ਸਾਡੇ ਪਾਸ, ਸਾਨੂੰ ਇਹ ਫਿਗਰ ਦਿੱਤੀ ਹੈ, ਇੱਕ ਸੇਮ ਹੈ। ਐਕਸ ਅਤੇ ਵਾਈ ਦੇ ਮੁੱਲ ਪਤਾ ਕਰੋ ਜੇਕਰ, ਅਤੇ ਫਿਰ ਦਰਸਾਓ ਕਿ ਏ ਬੀ ਸਮਾਨਾਂਤਰ ਹੈ ਸੀ ਡੀ ਦੇ। ਅਸੀਂ ਐਕਸ ਅਤੇ ਵਾਈ ਦੀਆਂ ਵੈਲਿਊਜ਼ ਫਾਈਂਡ ਕਰਨੀਆਂ ਨੇ ਅਤੇ ਸ਼ੋਅ ਕਰਨਾ ਹੈ ਕਿ ਏ ਬੀ ਅਤੇ ਸੀ ਡੀ ਕੀ ਨੇ, ਸਮਾਨਾਂਤਰ ਨੇ। ਸੋ ਹੁਣੇ ਆਪਾਂ ਨੇ ਗੱਲ ਕੀਤੀ ਹੈ ਕਿ ਜੇਕਰ ਅੰਦਰੂਨੀ ਇਕਾਂਤਰ ਕੋਣ ਜਾਂ ਸੰਗਤ ਕੋਣ, ਕੋਰਸਪੋਂਡਿੰਗ ਐਂਗਲਸ ਇਕੁਅਲ ਹੋ ਜਾਣ ਤਾਂ ਲਾਈਨਸ ਕੀ ਹੋ ਜਾਣਗੀਆਂ, ਪੈਰਲਲ ਹੋ ਜਾਣਗੀਆਂ। ਸੋ ਇੱਕ ਤਰ੍ਹਾਂ ਨਾਲ ਉਹਨੇ ਸਾਨੂੰ ਇਹ ਕਿਹਾ ਹੈ ਕਿ ਜਾਂ ਤਾਂ ਅਸੀਂ ਕੋਰਸਪੋਂਡਿੰਗ ਐਂਗਲਸ ਬਰਾਬਰ ਕਰ ਦਈਏ ਜਾਂ ਅਸੀਂ ਅਲਟਰਨੇਟ ਇੰਟੀਰੀਅਰ ਐਂਗਲਸ ਬਰਾਬਰ ਕਰ ਦਈਏ। ਸੋ ਉਹ ਇੱਕ ਕੰਡੀਸ਼ਨ ਅਸੀਂ ਸੈਟਿਸਫਾਈ ਕਰਨੀ ਹੈ। ਸੋ ਆਪਾਂ ਜੋ ਸਟੇਟਮੈਂਟ ਇਹਦੇ ਵਿੱਚੋਂ ਇਨਫੋਰਮੇਸ਼ਨ ਡਰੋ ਕਰ ਲੈਂਦੇ ਹਾਂ। ਸੋ ਸਾਨੂੰ ਫਿਗਰ ਦੇ ਵਿੱਚ ਇਹ ਵਾਲਾ ਐਂਗਲ ਗਿਵਨ ਸੀ, ਦੋ ਲਾਈਨਾਂ ਗਿਵਨ ਸੀ, ਏ ਬੀ ਅਤੇ ਸੀ ਡੀ, ਅਤੇ ਬਾਕੀ ਦੋ ਜਿਹੜੇ ਪੁਆਇੰਟਸ ਨੇ ਈ ਐਫ ਲਾਈਨ ਮੈਂ ਸਪੋਜ਼ ਕਰ ਲਈ ਹੈ ਅਤੇ ਇਸ ਨੂੰ ਮੈਂ ਓ ਸਪੋਜ਼ ਕਰ ਲਿਆ ਅਤੇ ਇਸ ਨੂੰ ਮੈਂ ਐਲ ਸਪੋਜ਼ ਕਰ ਲਿਆ, ਤਾਂ ਕਿ ਆਪਾਂ ਐਂਗਲ ਜਿਹੜਾ ਹੈ ਉਹ ਲਿਖ ਸਕੀਏ ਪੂਰਾ। ਸੋ ਇਹ ਐਂਗਲ ਗਿਵਨ ਹੈ ਸਾਨੂੰ, ਐਂਗਲ ਏ ਓ ਈ ਗਿਵਨ ਸੀ 50 ਡਿਗਰੀ, ਦੂਸਰਾ ਸਾਨੂੰ ਐਂਗਲ ਸੀ ਐਲ ਐਫ ਗਿਵਨ ਸੀ 130 ਡਿਗਰੀ। ਅਤੇ ਸਭ ਤੋਂ ਪਹਿਲਾਂ ਸਾਨੂੰ ਫਾਈਂਡ ਕਰਨ ਲਈ ਕਿਹਾ ਗਿਆ ਐਕਸ ਅਤੇ ਵਾਈ, ਫਾਈਂਡ ਐਕਸ ਐਂਡ ਵਾਈ। ਸੋ ਪਹਿਲਾਂ ਅਸੀਂ ਐਕਸ ਫਾਈਂਡ ਕਰਨਾ ਅਤੇ ਵਾਈ ਫਾਈਂਡ ਕਰਨਾ, ਫਿਰ ਪ੍ਰੂਵ ਕਰਨਾ ਏ ਬੀ ਪੈਰਲਲ ਸੀ ਡੀ ਦੇ। ਸੋ ਐਕਸ ਵਾਈ ਕਿਸ ਤਰ੍ਹਾਂ ਫਾਈਂਡ ਕਰ ਸਕਦੇ ਹਾਂ। ਐਕਸ ਜਿਹੜਾ ਹੈ ਅਸੀਂ ਇਹ ਲਾਸਟ ਐਕਸਰਸਾਈਜ਼ ਦੇ ਵਿੱਚ ਕਰ ਚੁੱਕੇ ਹਾਂ। ਇਹ ਸਾਡੇ ਪਾਸ ਇੱਕ ਸਿੱਧੀ ਲਾਈਨ ਹੈ। ਸੋ ਅਸੀਂ ਲਾਈਨ ਦੇ ਦੋ ਪਾਰਟਸ ਕਰਤੇ ਨੇ ਇੱਥੇ, ਇੱਕ ਇੱਧਰ ਵੱਲ ਹੈ, ਇੱਕ ਇੱਧਰ ਵੱਲ ਹੈ, ਦੋ ਐਂਗਲ ਬਣਦੇ ਨੇ ਲਾਈਨ ਦੇ ਉੱਪਰ। ਤਾਂ ਜੇਕਰ ਅਸੀਂ ਇਸ ਨੂੰ ਰੋਟੇਟ ਕਰਕੇ ਦੇਖਾਂਗੇ ਤਾਂ ਇਹ ਲੀਨੀਅਰ ਪੇਅਰ ਬਣਦਾ ਹੈ, ਕਿਉਂਕਿ ਪੈਰਲਲ ਲਾਈਨ ਸਾਨੂੰ ਦਿੱਤੀਆਂ ਨੇ, ਅਸੀਂ ਹੋਰ ਕੰਸੈਪਟ ਨਹੀਂ ਯੂਜ਼ ਕਰ ਸਕਦੇ, ਲੀਨੀਅਰ ਪੇਅਰ ਦਾ ਕੰਸੈਪਟ ਯੂਜ਼ ਕਰ ਸਕਦੇ ਹਾਂ। ਸੋ ਐਂਗਲ ਏ ਓ ਈ, ਐਂਗਲ ਏ ਓ ਈ ਪਲੱਸ ਐਂਗਲ ਏ ਓ ਐਲ, ਇਹ ਦੋਵੇਂ ਮਿਲ ਕੇ ਕੀ ਬਣਾਉਂਦੇ ਨੇ, ਲੀਨੀਅਰ ਪੇਅਰ ਬਣਾਉਂਦੇ ਨੇ। ਅਤੇ ਲੀਨੀਅਰ ਪੇਅਰ ਦਾ ਸਮ ਕੀ ਹੁੰਦਾ ਹੈ, 180
80 डिग्री ਲੀਨੀਅਰ ਪੇਅਰ ਰੇਖੀ ਜੋੜਾ। ਸੋ AOE ਮੈਨੂੰ ਪਤਾ ਹੈ 50 डिग्री है। AOL X है मेरे पास। सो इत्थों मैनू X पता चल जाएगा कि मैं 50 ਦੇ ਵਿੱਚ ਕਿੰਨਾ ਜੋੜਾਂ कि मेरे पास 180 आ जाए। सो मैं सबट्रैक्ट करके देख लेना 180 माइनस 50 डिग्री 50 उधर जाके माइनस होएगा तो आंसर कितना आ गया 130 डिग्री। सो X ਜਿਹੜਾ मेरे पास ये वाला इसका मुल मेरे पास आ गया 130 डिग्री। दूसरा सानू पूछा गया वाई। सो वाई जिथे है इत्थे मेरे पास एक क्रॉस बनता है एक्स बनता है तो जो क्रॉस बनता है इस तरह का तो उत्थे साडे पास बनते हैं शिखर सन्मुख कोण। सो जिसनों असीं बोलते हैं वर्टिकली ओपोजिट एंगल्स बिल्कुल सामने सामने शिखर सन्मुख कोण। सो एंगल DYL DLO इज इक्वल टू एंगल FLC या CLF। रीजन की है वर्टिकली ऑपोजिट एंगल्स शिखर सन्मुख कोण। सो ये सानू पता है 130 है ये पासे वाई भर दें असी एंगल DLOY है तो ये साढ़े पास 130 है। सो वाई की सानू वैल्यू फाइंड आ गई है पता लग गई है वाई इज इक्वल टू 130 डिग्री। सो इस तो बाद असी प्रूव करना है कि लाइन AB जिहड़ी है वो पैरल है CD दे। AB इज पैरल टू CD। सो साढ़े पास कुछ एंगल आए सी आपां हुणे गल करके हटे हैं कि जेकर कॉरसपोंडिंग एंगल्स या अल्टरनेट इंटीरियर एंगल्स उन्हों का एक पेयर बराबर है तो लाइनां पैरल ने। जे लाइनां पैरल ने तो उन्हों के कॉरसपोंडिंग जोड़े वर्टिकली अल्टरनेट इंटीरियर एंगल्स ने या कॉरसपोंडिंग एंगल्स ने वो की होणगे इक्वल होणगे। सो जे मैं ध्यान नाल देखा तो X ते Y Z फॉर्म दे विच ने दो एंगल X 130 है एंगल Y 130 है। कहने तो भाव की है दोनों की ने बराबर ने। सो X ते Y की ने बराबर ने। यह किहड़ा जोड़ा बनता है? सो ये बनता है इंटीरियर एंगल्स अल्टरनेट इंटीरियर एंगल्स। सो असीं की लिखांगे अ पेयर ऑफ अल्टरनेट इंटीरियर एंगल्स इज इक्वल पेयर ऑफ अल्टरनेट इंटीरियर एंगल्स इज इक्वल ये बराबर है। पंजाबी दे विच लिखांगे असीं संगत कोणां दा एक जोड़ा बराबर है। सो संगत कोणां दा एक जोड़ा बराबर है दैट इंपलाइज इसका मतलब की है जेकर ये बराबर है तो जिहड़ियां दो लाइनां ने ये दोवें की होणगियां पैरल होणगियां। AB इज पैरल टू CD सिद्ध किया हैंस प्रूवड। कारण की है कि अंदरूनी इकांतर कोण बराबर ने। जेकर अंदरूनी इकांतर कोण बराबर ने तो लाइनां समानांतर ने। जेकर संगत कोण बराबर ने तो भी लाइनां समानांतर ने। जेकर बाहरी इकांतर बराबर ने तो भी लाइनां समानांतर ने। असीं कोई एक कंडीशन सैटिस्फाई करनी कोई भी एक जिहड़ी सौखी होवे। सो सब तो साडे सामने बनी पई सी ये वाला Z बनिया पिया सी अंदरूनी इकांतर कोण अल्टरनेट इंटीरियर एंगल्स बने पे सी। सानूं एक कंडीशन चाहिए सी असीं लै लईए वो। सो ये साडा क्वेश्चन हो गए। इस तो बाद साडे पास क्वेश्चन नंबर 2। सो क्वेश्चन नंबर 2 भी आलमोस्ट क्वेश्चन नंबर 1 दे वर्गा ही आलमोस्ट सेम ही है। इन फिगर 6.29 इस चित्र दे विच AB समानांतर है CD दे। AB इज पैरल टू CD दिता है दोनों लाइनां पैरल ने। अगे CD जिहड़ी आ वो EF दे पैरल है ये भी समानांतर ने। एंड Y/Z Y का अनुपात दिता है Z दे नाल 3/7 3:7 है। देखो दोनों साइड ठीक है। तो असीं की फाइंड करना फाइंड X। सो चाहे असीं X करिए Y करिए Z करिए सारी कर लांगे तो पेपर दे विच कोई भी आ सकता है। सो इत्थे सानूं की कहा गया फाइंड X। तो शुरू करते हैं आप। सो साडे पास दो कंडीशनस ने एक लाइनां पैरल ने समानांतर ने तो एक अनुपात दिता है। तो बाकी असीं जो साडे पास इनफॉर्मेशन है जो असीं सिੱਖਿਆ ਉਹਦੇ ਵਿੱਚ जानकारी इकट्ठी करांगे। सो क्वेश्चन ਦੇ ਵਿੱਚ ਉਸਨੇ इस लाइन का ਨਾਂ नहीं सी दिता ਆਪਾਂ ने ਇਹਨੂੰ ਸਪੋਜ਼ कर लिया GH ਤੇ पॉइंट्स नहीं सी ਦਿੱਤੇ I J K ये ਆਪਾਂ ने सपोज कर ले ने। XYZ पहले लिखा होया सी।
ਸੋ ਸਾਨੂੰ ਗਿਵਨ ਕੀ ਹੈ, ਦਿੱਤਾ ਕੀ ਹੈ ਕਿ ਏ ਬੀ ਸਮਾਨਾਂਤਰ ਹੈ ਸੀ ਡੀ ਦੇ, ਅੱਗੇ ਸੀ ਡੀ ਸਮਾਨਾਂਤਰ ਹੈ ਈ ਐਫ ਦੇ, ਅਤੇ ਵਾਈ ਅਨੁਪਾਤ ਜ਼ੈਡ ਕੀ ਦਿੱਤਾ ਹੈ 3:7। ਸੋ ਇੱਥੋਂ ਅਸੀਂ ਇਹਨੂੰ ਤਿਰਛੀ ਗੁਣਾ ਕਰ ਸਕਦੇ ਹਾਂ। 6.1 ਦੇ ਵਿੱਚ ਵੀ ਇਸ ਦੇ ਨਾਲ ਦਾ ਕੁਐਸਚਨ ਸੀ ਸਾਡੇ ਪਾਸ, 7y ਇਜ਼ ਇਕੁਅਲ ਟੂ 3z। ਜਦੋਂ ਅਸੀਂ ਤਿਰਛੀ ਗੁਣਾ ਕਰਾਂਗੇ ਤੇ ਸਾਨੂੰ ਪੁੱਛਿਆ ਗਿਆ ਵੈਲਿਊ ਆਫ ਐਕਸ, ਅਸੀਂ ਐਕਸ ਦਾ ਮੁੱਲ ਲੱਭਣਾ ਹੈ, ਕੋਣ ਏ ਆਈ ਜੇ ਪਤਾ ਕਰਨਾ ਹੈ। ਸੋ ਜ਼ਿਆਦਾ ਅਸੀਂ ਸਾਡੇ ਪਾਸ ਜਿਹੜੀ ਫਿਗਰ ਹੈ ਉਹ ਥੋੜ੍ਹੀ ਜਿਹੀ ਗੁੰਝਲਦਾਰ ਹੈ, ਕਿਉਂਕਿ ਲਾਈਨਾਂ ਕਈ ਨੇ ਇਹਦੇ ਵਿੱਚ, 3 ਲਾਈਨਾਂ ਨੇ। ਸੋ ਪਹਿਲੀ ਗੱਲ ਤਾਂ ਹੈ ਕਿ ਜੇਕਰ ਏ ਬੀ ਪੈਰਲਲ ਹੈ ਸੀ ਡੀ ਦੇ ਅਤੇ ਸੀ ਡੀ ਪੈਰਲਲ ਹੈ ਈ ਐਫ ਦੇ, ਤਾਂ ਇਹਦਾ ਮਤਲਬ ਇਹ ਵੀ ਹੈ ਕਿ ਏ ਬੀ ਪੈਰਲਲ ਹੈ ਈ ਐਫ ਦੇ। ਸੋ ਸੋਲਿਊਸ਼ਨ ਦੇ ਵਿੱਚ ਸਭ ਤੋਂ ਪਹਿਲਾ ਸਟੈਪ ਕੀ ਹੈ ਕਿ ਜੇਕਰ ਇਫ ਏ ਬੀ ਜਿਹੜੀ ਹੈ ਸਮਾਨਾਂਤਰ ਹੈ ਸੀ ਡੀ ਦੇ ਪੈਰਲਲ ਹੈ, ਅਤੇ ਸੀ ਡੀ ਜਿਹੜੀ ਹੈ ਪੈਰਲਲ ਹੈ ਈ ਐਫ ਦੇ, ਇਹ ਇਸ ਦੇ ਸਮਾਨਾਂਤਰ, ਇਹ ਇਸ ਦੇ ਸਮਾਨਾਂਤਰ, ਤਾਂ ਇਹਦਾ ਭਾਵ ਕੀ ਹੋਇਆ, ਇਸ ਦਾ ਮਤਲਬ ਹੋਇਆ ਕਿ ਏ ਬੀ ਜਿਹੜੀ ਹੈ ਉਹ ਈ ਐਫ ਦੇ ਵੀ ਕੀ ਹੈ ਸਮਾਨਾਂਤਰ, ਸਾਰੀਆਂ ਇੱਕ ਦੂਜੇ ਦੇ ਸਮਾਨਾਂਤਰ ਨੇ, ਸਾਰੀਆਂ ਪੈਰਲਲ ਨੇ। ਸੋ ਹੁਣ ਕੰਡੀਸ਼ਨ ਕੀ ਹੈ ਸਾਡੇ ਪਾਸ, ਇਹ ਦੋ ਲਾਈਨਾਂ ਪੈਰਲਲ ਨੇ। ਸੋ ਜਿਹੜੇ ਦੋ ਐਂਗਲਸ ਨੇ ਐਕਸ ਅਤੇ ਵਾਈ, ਇਹ ਟਰਾਂਸਵਰਸਲ ਦੇ ਇੱਕੋ ਪਾਸੇ ਬਣੇ ਹੋਏ ਨੇ, ਐਂਗਲਸ ਔਨ ਦਾ ਸੇਮ ਸਾਈਡ ਆਫ ਏ ਟਰਾਂਸਵਰਸਲ। ਸੋ ਜਿਹੜੀ ਇਹ ਕਾਟਵੀਂ ਰੇਖਾ ਹੈ ਇਸ ਦੇ ਇੱਕੋ ਪਾਸੇ ਬਣੇ ਅੰਦਰੂਨੀ ਕੋਣ ਨੇ, ਤਾਂ ਇਹਨਾਂ ਜਿਹੜਾ ਕੋਣਾਂ ਦਾ ਜੋੜ ਹੁੰਦਾ, ਅਸੀਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਿਆ ਹੈ ਕਿ ਇਹਨਾਂ ਦਾ ਜਿਹੜਾ ਸਮ ਹੁੰਦਾ ਹੈ, ਜੋੜ ਹੁੰਦਾ ਹੈ, ਉਹਨਾਂ ਦਾ ਜੋੜ ਹੁੰਦਾ 180 ਡਿਗਰੀ। ਇਸ ਤਰ੍ਹਾਂ ਕੋਣ ਬਣੇ ਨੇ ਇਹ, ਇੱਕੋ ਪਾਸੇ ਬਣੇ ਅੰਦਰੂਨੀ ਕੋਣਾਂ ਦਾ ਜੋੜ। ਇਸ ਲਾਈਨ ਨੂੰ ਭੁੱਲ ਜਾਓ ਕਿ ਇਹ ਲਾਈਨ ਵੀ ਹੈ ਸਾਡੇ ਪਾਸ ਅਜੇ, ਤਾਂ ਇਹਨਾਂ ਪਰ ਆਪਾਂ ਫੋਕਸ ਕਰਨਾ ਹੈ। ਤਾਂ ਐਕਸ ਅਤੇ ਵਾਈ ਮਿਲ ਕੇ ਕੀ ਬਣਾਉਂਦੇ ਨੇ 180 ਡਿਗਰੀ। ਸੋ ਐਕਸ, ਐਂਗਲ ਐਕਸ ਪਲੱਸ ਐਂਗਲ ਵਾਈ ਦੈਟ ਇਜ਼ ਇਕੁਅਲ ਟੂ 180 ਡਿਗਰੀ। ਰੀਜ਼ਨ ਕੀ ਹੈ, ਐਂਗਲਸ ਔਨ ਦਾ ਸੇਮ ਸਾਈਡ ਆਫ ਟਰਾਂਸਵਰਸਲ, ਕਾਟਵੀਂ ਰੇਖਾ ਦੇ ਇੱਕੋ ਪਾਸੇ ਬਣੇ ਅੰਦਰੂਨੀ ਕੋਣਾਂ ਦਾ ਜਿਹੜਾ ਜੋੜ ਹੁੰਦਾ ਹੈ ਉਹ ਕਿੰਨਾ ਹੁੰਦਾ 180 ਡਿਗਰੀ ਹੁੰਦਾ ਹੈ। ਸੋ ਦੂਸਰੀ ਕੰਡੀਸ਼ਨ ਸਾਡੇ ਪਾਸ ਕੀ ਹੈ, ਇੱਥੋਂ ਇਹ ਸਾਨੂੰ ਇੱਕ ਕੰਡੀਸ਼ਨ ਇਹ ਪਤਾ ਹੈ, ਦੂਸਰੀ ਸਾਡੇ ਪਾਸ ਇਹ ਬਣ ਗਈ। ਹੋਰ ਅਸੀਂ ਕਿਹੜੀ ਇਨਫੋਰਮੇਸ਼ਨ ਡਰਾਅ ਕਰ ਸਕਦੇ ਹਾਂ ਇਹਦੇ ਵਿੱਚੋਂ, ਤਾਂ ਸਾਡੇ ਪਾਸ ਜੇ ਮੈਂ ਵਿਚਕਾਰ ਵਾਲੀ ਲਾਈਨ ਨੂੰ ਹਟਾ ਦਿਆਂ, ਇਹ ਵਾਲੀ ਲਾਈਨ ਨੂੰ ਭੁੱਲ ਜਾਓ, ਤਾਂ ਜਿਹੜੇ ਐਕਸ ਅਤੇ ਜ਼ੈਡ ਏ ਬੀ ਸਮਾਨਾਂਤਰ ਹੈ ਈ ਐਫ ਦੇ, ਇਹ ਲਾਈਨ ਜਿਹੜੀ ਹੈ ਇਹਦੇ ਪੈਰਲਲ ਹੈ, ਇਹ ਨਹੀਂ ਲੈਣੀ ਅਸੀਂ, ਭੁੱਲ ਜਾਓ ਇਸ ਨੂੰ। ਤਾਂ ਇੱਥੇ ਜ਼ੈਡ ਬਣਦਾ ਸਾਡੇ ਪਾਸ ਇਹ ਵਾਲੀ ਜਗ੍ਹਾ 'ਤੇ, ਤਾਂ ਜਦੋਂ ਜ਼ੈਡ ਬਣਦਾ ਸਾਡੇ ਪਾਸ ਇਸ ਤਰ੍ਹਾਂ, ਤਾਂ ਇਹ ਵਾਲੇ ਜਿਹੜੇ ਕੋਣ ਬਣਦੇ ਨੇ, ਇਹ ਕਿਹੜੇ ਕੋਣ ਬਣਦੇ ਨੇ, ਅੰਦਰੂਨੀ ਇਕਾਂਤਰ ਕੋਣ, ਅਲਟਰਨੇਟ ਇੰਟੀਰੀਅਰ ਐਂਗਲਸ, ਅਤੇ ਇਹ ਕੀ ਹੁੰਦੇ ਨੇ, ਬਰਾਬਰ ਹੁੰਦੇ ਨੇ। ਸੋ ਜੇਕਰ ਲਾਈਨ ਏ ਬੀ ਪੈਰਲਲ ਹੈ ਈ ਐਫ ਦੇ, ਤਾਂ ਐਕਸ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ, ਜ਼ੈਡ ਦੇ। ਕਿਉਂ, ਕਿਉਂਕਿ ਇਹ ਕੀ ਨੇ, ਅਲਟਰਨੇਟ ਇੰਟੀਰੀਅਰ ਐਂਗਲਸ, ਅੰਦਰੂਨੀ ਇਕਾਂਤਰ ਕੋਣ। ਸੋ ਐਕਸ ਅਤੇ ਜ਼ੈਡ ਬਰਾਬਰ ਹੋ ਗਏ ਸਾਡੇ ਪਾਸ। ਹੁਣ 3 ਰਿਲੇਸ਼ਨ ਹੋ ਗਏ ਨੇ, ਕਿ ਹੋ ਗਿਆ, ਦੂਸਰਾ ਇਹ ਹੋ ਗਿਆ ਅਤੇ ਤੀਸਰਾ ਇਹ ਹੋ ਗਿਆ। ਸੋ ਅਸੀਂ ਤਿੰਨੇ ਰਿਲੇਸ਼ਨਾਂ ਨੂੰ ਇਸ ਤਰੀਕੇ ਨਾਲ ਯੂਜ਼ ਕਰਨਾ ਹੈ, ਵਰਤਣਾ ਹੈ ਕਿ ਇੱਕ ਇਕੁਏਸ਼ਨ ਸਾਡਾ, ਇੱਕ ਰਿਲੇਸ਼ਨ ਸਾਡਾ ਇੱਕ ਵੇਰੀਏਬਲ ਦੇ ਵਿੱਚ ਰਹਿ ਜਾਵੇ, ਇੱਕ ਚੱਲ ਸੰਖਿਆ ਰਹਿ ਜਾਵੇ। ਜਿਵੇਂ ਸਪੋਜ਼ ਮੈਂ ਇੱਥੇ ਐਕਸ ਦੀ ਜਗ੍ਹਾ 'ਤੇ ਕੀ ਲਿਖ ਦਿੰਦਾ ਹੈ, ਜ਼ੈਡ ਲਿਖ ਦਿੰਦਾ ਹੈ ਦੂਸਰੇ ਦੇ ਵਿੱਚ। ਸਪੋਜ਼ ਇਹ ਸਾਡੀ ਇਕੁਏਸ਼ਨ ਕੀ ਹੈ, ਸੈਕੰਡ ਹੈ, ਇਹ ਸਾਡੀ ਕੀ ਹੈ, ਫਸਟ, ਇਹ ਸਾਡੀ ਕੀ ਹੈ, ਥਰਡ। ਤਾਂ ਤੀਸਰੀ ਇਕੁਏਸ਼ਨ ਤੋਂ ਜਿਹੜਾ ਤੀਸਰਾ ਸਾਡੇ ਪਾਸ ਰਿਲੇਸ਼ਨ ਆਇਆ, ਤਾਂ ਦੂਸਰਾ ਕੀ ਬਣ ਜਾਊਗਾ, ਆਪਾਂ ਭਰਦੇ ਹਾਂ ਪੁੱਟ ਇਨ 1, ਪੁੱਟ ਐਕਸ ਇਜ਼ ਇਕੁਅਲ ਟੂ ਜ਼ੈਡ ਇਨ 1, ਫਸਟ ਦੇ ਵਿੱਚ ਭਰ ਦਿੰਦੇ ਆਪਾਂ। ਸੋ ਐਕਸ ਦੀ ਜਗ੍ਹਾ 'ਤੇ ਜ਼ੈਡ ਲਿਖਤਾ, ਤਾਂ ਕੀ ਬਣ ਗਿਆ ਮੇਰੇ ਪਾਸ, ਜ਼ੈਡ ਪਲੱਸ ਵਾਈ ਇਕੁਅਲਸ 180 ਡਿਗਰੀ। ਹੁਣ ਵਾਈ ਅਤੇ ਜ਼ੈਡ ਆਪਸ 'ਚ ਜੁੜੇ ਹੋਏ ਨੇ, ਸੋ ਮੈਂ 3 ਜ਼ੈਡ ਦੀ ਜਗ੍ਹਾ 'ਤੇ 7 ਵਾਈ ਭਰ ਸਕਦਾ। ਸੋ ਸਾਡੇ ਪਾਸ 7y ਇਜ਼ ਇਕੁਅਲ ਟੂ 3z ਹੈ। ਇਹ ਅਸੀਂ ਪਿਛਲੇ ਐਕਸਰਸਾਈਜ਼ ਦੇ ਵਿੱਚ ਵੀ ਦੇਖਿਆ ਹੈ ਕਿ 3z ਦੀ ਜਗ੍ਹਾ 'ਤੇ ਅਸੀਂ 7y ਪੁੱਟ ਕਰ ਸਕਦੇ ਹਾਂ, ਜਾਂ 7y ਦੀ ਜਗ੍ਹਾ 'ਤੇ ਅਸੀਂ 3z ਪੁੱਟ ਕਰ ਸਕਦੇ ਹਾਂ। ਸੋ ਮੈਂ ਕੀ ਕਰਦਾ ਹਾਂ, ਇੱਥੇ 3 ਦੇ ਨਾਲ ਇਸ ਨੂੰ ਮਲਟੀਪਲਾਈ ਕਰ ਲੈਂਦਾ ਹੈ, ਤਾਂ ਕਿ ਜਿਹੜਾ ਇਹ ਵੈਲਿਊ ਹੈ ਮੈਂ ਇਜ਼ੀਲੀ ਸਬਸਟੀਟਿਊਟ ਕਰ ਸਕਾਂ। ਸੋ ਦੋਨੋਂ ਸਾਈਡ ਆਪਾਂ 3 ਦੇ ਨਾਲ ਕੀ ਕਰ ਲੈਂਦੇ ਹਾਂ, ਮਲਟੀਪਲਾਈ 3z 3y 180 ਗੁਣਾ 3, 18 30 54 500 540 ਡਿਗਰੀ। ਸੋ 3z ਦੀ ਜਗ੍ਹਾ 'ਤੇ ਮੈਂ ਕੀ ਪੁੱਟ ਕਰ ਸਕਦਾ ਹਾਂ, 3z ਇਜ਼ ਇਕੁਅਲ ਟੂ 7y, ਤਾਂ ਇੱਥੇ ਮੈਂ 3z ਦੀ ਜਗ੍ਹਾ 'ਤੇ 7y ਪੁੱਟ ਕਰ ਦਿੰਦਾ ਹੈ।
ਸੋ 7y + 3y ਇਹ ਮੇਰੇ ਪਾਸ ਕਿੰਨੇ ਬਣ ਗਏ ਨੇ 10y = 540 ਡਿਗਰੀ। ਸੋ 0 ਕੈਂਸਲਸ ਆਊਟ, ਤਾਂ y ਮੇਰੇ ਪਾਸ ਕਿੰਨਾ ਆ ਗਿਆ 54 ਡਿਗਰੀ। ਸੋ ਸਾਨੂੰ ਇੱਕ ਵੇਰੀਏਬਲ ਸਾਡੀ ਇੱਕ ਟਰਮ ਜਿਹੜੀ ਮਿਸਿੰਗ ਹੈ ਉਹ ਪਤਾ ਲੱਗ ਗਿਆ, y = 54 ਡਿਗਰੀ। ਸੋ y ਮੈਂ ਇੱਥੇ ਪੁੱਟ ਕਰ ਦਿੰਦਾ 2 ਦੇ ਵਿੱਚ, ਇੱਥੋਂ ਮੈਨੂੰ x ਪਤਾ ਲੱਗ ਜਾਏਗਾ, ਅਸੀਂ x ਹੀ ਪਤਾ ਕਰਨਾ ਹੈ। ਸੋ ਮੈਨੂੰ ਗਿਵਨ ਕੀ ਹੈ x + y = 180 ਡਿਗਰੀ। ਸੋ ਇੱਥੇ ਮੈਂ y ਦੀ ਜਿਹੜੀ ਵੈਲਿਊ ਹੈ 54 ਇੱਥੇ ਪੁੱਟ ਕਰ ਦਿੰਦਾ। ਸੋ x + 54 ਡਿਗਰੀ = 180 ਡਿਗਰੀ। ਸੋ 54 ਉਸ ਸਾਈਡ ਜਾ ਕੇ ਕੀ ਹੋਏਗਾ ਮਾਈਨਸ। ਸੋ x = 180 - 54 ਡਿਗਰੀ। ਸੋ ਸਾਡੇ ਪਾਸ ਆਂਸਰ ਕੀ ਆ ਜਾਏਗਾ x = 180 - 54 is 126 ਡਿਗਰੀ। ਸੋ ਇਹੀ ਸਾਨੂੰ ਪੁੱਛਿਆ ਗਿਆ ਸੀ। ਸੋ ਜਿੰਨਾ x ਹੈ ਉਨਾ ਹੀ z ਹੈ, ਇਹ ਸਾਡੇ ਪਾਸ ਰਿਲੇਸ਼ਨ ਹੈ। ਸੋ z ਵੀ ਕਿੰਨਾ ਬਣ ਗਿਆ ਸਾਡੇ ਪਾਸ 126 ਡਿਗਰੀ। ਸੋ ਇਸ ਤੋਂ ਬਾਅਦ ਸਾਡੇ ਪਾਸ ਕੁਐਸਚਨ ਨੰਬਰ 3। ਕੁਐਸਚਨ ਨੰਬਰ 3 ਜਿਹੜਾ ਇਹ ਕਨਸੈਪਟ ਸੇਮ ਹੈ ਬਟ ਉਹਦੇ ਨਾਲ ਥੋੜ੍ਹਾ ਜਿਹਾ ਡਿਫਰੈਂਟ ਹੈ। ਦਿੱਤਾ ਕੀ ਹੈ ਸਾਨੂੰ AB ਪੈਰਲਲ CD, AB ਜਿਹੜੀ ਹੈ ਉਹ CD ਦੇ ਸਮਾਨਾਂਤਰ ਹੈ, ਫਿਗਰ ਸੇਮ ਹੈ ਸਾਡੇ ਪਾਸ। EF ਪਰਪੈਂਡੀਕੂਲਰ ਹੈ CD ਦੇ ਉੱਪਰ, ਜਿਹੜੀ EF ਲਾਈਨ ਹੈ ਇਹ ਵਾਲੀ ਇਹ ਲੰਬ ਬਣਾਉਂਦੀ ਹੈ CD ਦੇ ਉੱਪਰ 90 ਡਿਗਰੀ ਦਾ ਕੋਣ ਬਣਾਉਂਦੀ ਹੈ, ਲੰਬ ਪਰਪੈਂਡੀਕੂਲਰ ਹੈ। ਅਤੇ ਕੋਣ GED ਇਹ ਸਾਰਾ ਕੋਣ ਸਾਨੂੰ ਦਿੱਤਾ ਹੈ 126 ਡਿਗਰੀ ਦਾ, ਅਤੇ ਅਸੀਂ ਇਹ 3 ਕੋਣ ਪਤਾ ਕਰਨੇ ਨੇ AGE, GEF ਅਤੇ FGE। ਸੋ ਸੇਮ ਇੱਧਰ ਇੰਗਲਿਸ਼ ਦੇ ਵਿੱਚ ਪਰਪੈਂਡੀਕੂਲਰ ਹੈ, ਪੈਰਲਲ ਹੈ ਅਤੇ ਐਂਗਲ 126 ਹੈ, ਫਿਗਰ ਸੇਮ ਹੈ। ਸੋ ਅਸੀਂ ਪਹਿਲਾਂ ਇਨਫੋਰਮੇਸ਼ਨ ਡਰॉ ਕਰ ਲੈਂਦੇ ਕਿ ਗਿਵਨ ਕੀ ਹੈ ਅਤੇ ਫਾਈਂਡ ਅਸੀਂ ਕੀ ਕਰਨਾ ਹੈ। ਸੋ ਇਹ ਵਾਲੀ ਸਾਡੇ ਪਾਸ ਇਨਫੋਰਮੇਸ਼ਨ ਹੈ AB ਪੈਰਲਲ CD ਦੇ ਹੈ, ਇਹ ਸਾਡੇ ਪਾਸ 90 ਡਿਗਰੀ ਦਾ ਲੰਬ ਬਣਾਉਂਦੀ ਹੈ, ਪਰਪੈਂਡੀਕੂਲਰ ਹੈ। GED ਜੇਕਰ ਮੈਂ ਇਸ ਸਾਰੇ ਐਂਗਲ ਦੀ ਗੱਲ ਕਰਾਂ ਤਾਂ ਮੇਰੇ ਪਾਸ ਇਹ ਵਾਲਾ ਕੰਪਲੀਟ ਐਂਗਲ ਇੱਥੋਂ ਲੈ ਕੇ ਇੱਥੇ ਤੱਕ ਕਿੰਨਾ ਹੈ 126 ਡਿਗਰੀ ਹੈ। ਸੋ ਅਸੀਂ ਫਾਈਂਡ ਕਰਨਾ ਹੈ AGE। ਜੇ ਮੈਂ ਧਿਆਨ ਨਾਲ ਦੇਖਾਂ AGE ਮੈਨੂੰ ਪਹਿਲਾਂ ਹੀ ਪਤਾ ਹੈ। ਸੋ ਜੇ ਮੈਂ ਇਹ ਦੋ ਲਾਈਨਾਂ ਇੱਕ ਇਹ ਲਾਈਨ ਇਹ ਦੋ ਸਾਡੀਆਂ ਪੈਰਲਲ ਲਾਈਨਸ ਨੇ, ਇਹ ਸਾਡੀ ਟਰਾਂਸਵਰਸਲ ਹੈ, ਇਹ ਇਹਨੂੰ ਕੱਟ ਰਹੀ ਹੈ, ਤਾਂ ਇਹ Z ਬਣਦਾ ਹੈ। ਜੇ ਮੈਂ ਧਿਆਨ ਨਾਲ ਦੇਖਾਂ ਇਹ ਵਾਲਾ ਇੱਥੇ ਕੀ ਬਣ ਰਿਹਾ ਹੈ Z। ਸੋ ਐਂਗਲ AGE ਅਤੇ ਐਂਗਲ GED ਇਹ ਕਿਹੜੇ ਐਂਗਲ ਬਣਦੇ ਨੇ ਸਾਡੇ ਪਾਸ ਅੰਦਰੂਨੀ ਇਕਾਂਤਰ ਕੋਣ, ਅਲਟਰਨੇਟ ਇੰਟੀਰੀਅਰ ਐਂਗਲਸ। ਸੋ ਸੋਲਿਊਸ਼ਨ ਦੇ ਵਿੱਚ ਸਾਡੇ ਪਾਸ ਡਾਇਰੈਕਟਲੀ ਸਾਡੇ ਪਾਸ ਆ ਗਿਆ ਐਂਗਲ AGE = ਐਂਗਲ GED। ਵਾਈ? ਕਿਉਂਕਿ AB ਪੈਰਲਲ ਹੈ CD ਦੇ, ਅਤੇ ਇਹ ਕਿਹੜੇ ਐਂਗਲ ਬਣਦੇ ਨੇ ਅਲਟਰਨੇਟ ਇੰਟੀਰੀਅਰ ਐਂਗਲਸ, ਅੰਦਰੂਨੀ ਇਕਾਂਤਰ ਕੋਣ, ਅਤੇ ਇਹ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ। ਸੋ ਜਿੰਨਾ AGE ਹੈ ਉਨਾ ਹੀ GED ਹੋਏਗਾ, ਤਾਂ GED ਅਤੇ AGE ਕੀ ਹੋ ਗਏ ਸੇਮ ਹੋ ਗਏ, ਤਾਂ ਸਾਡੇ ਪਾਸ ਐਂਗਲ AGE ਬਣ ਗਿਆ 126 ਡਿਗਰੀ। ਫਸਟ ਪਾਰਟ ਸਾਡਾ ਹੋ ਗਿਆ ਇੱਥੇ, ਇਹ ਵੀ ਸਾਨੂੰ ਪਤਾ ਲੱਗ ਗਿਆ 126 ਡਿਗਰੀ ਹੈ ਜੀ। ਦੂਸਰਾ ਅਸੀਂ ਪਤਾ ਕਰਨਾ GEF, ਐਂਗਲ GEF। ਸੋ ਮੇਰੇ ਪਾਸ ਇਹ 90 ਹੈ, ਇੱਥੇ 90 ਦਾ ਸਾਈਨ ਬਣਿਆ। ਜਿਹੜਾ ਐਂਗਲ GED ਇਹ ਵਾਲਾ, ਇਹ ਦੋ ਐਂਗਲਾਂ ਤੋਂ ਮਿਲ ਕੇ ਬਣਿਆ, ਇੱਕ ਇੱਥੇ ਤੱਕ ਹੈ ਅਤੇ ਇੱਕ ਅੱਗੇ ਹੈ ਇਹ ਵਾਲਾ। ਸੋ ਐਂਗਲ GED ਦੋ ਤੋਂ ਮਿਲ ਕੇ ਬਣਿਆ ਹੈ GEF ਤੋਂ, ਇਸ ਤੋਂ ਦਿਸ ਵਨ ਅਤੇ ਇਸ ਤੋਂ, ਇਹ 90 ਹੈ, ਸਾਰਾ 126 ਹੈ, ਤਾਂ ਮੈਂ 90 ਦੇ ਵਿੱਚ ਕਿੰਨਾ ਜੋੜਾਂ 126 ਆ ਜੇ। ਸੋ ਇੱਥੋਂ ਅਸੀਂ ਪਤਾ ਕਰ ਸਕਦੇ ਹਾਂ। ਸੋ ਮੇਰੇ ਪਾਸ ਐਂਗਲ ਸੈਕੰਡ ਪਾਰਟ ਦੇ ਵਿੱਚ ਐਂਗਲ GED ਜਿਹੜਾ ਹੈ ਇਹ ਦੋ ਐਂਗਲਸ ਤੋਂ ਮਿਲ ਕੇ ਬਣਿਆ ਹੈ GEF + FED। GED ਜਿਹੜਾ ਹੈ ਇਹ ਦੋ ਤੋਂ ਮਿਲ ਕੇ ਬਣਿਆ GEF ਤੋਂ ਅਤੇ FED ਤੋਂ। FED 90 ਹੈ, GED
126 है, 126 है। सो मैं GEF फाइंड करना है। कहने तो भाव की है कि 90 ਦੇ ਵਿੱਚ ਕਿੰਨਾ ਐਡ ਕਰਾਂ ਕਿ 126 ਆ ਜੇ ਮੇਰੇ ਪਾਸ। ਸੋ ਮੈਂ 90 ਨੂੰ ਦੂਸਰੀ ਸਾਈਡ ਜਾ ਕੇ ਸਬਟਰੈਕਟ ਕਰ ਦਿੰਦਾ ਹੈ। ਸੋ ਦੈਟ ਮੀਨਸ 126 ਡਿਗਰੀ ਮਾਈਨਸ 90 degree is equal to angle GEF. So 126 minus 90 is 36 degree. So angle GEF जो है साढ़े पास आ गया है 36 डिग्री। साਡਾ दूसरा पार्ट भी हो गया है। इसे तरह एंगल FGE ਅਸੀਂ फाइंड करना एंगल FGE। ਸੋ ਜੇ ਮੈਂ ਧਿਆਨ ਨਾਲ ਦੇਖਾਂ ਤਾਂ ਇਹ ਵਾਲੀ ਇੱਕ ਲਾਈਨ ਹੈ ਮੇਰੇ ਪਾਸ ਅਤੇ ਇਸ ਦੇ ਉੱਪਰ ਇੱਕ ਅਸੀਂ ਇਹ ਵਾਲੀ ਲਾਈਨ ਡਰੋ ਕੀਤੀ ਹੋਈ ਹੈ। ਇੱਕ ਤਰ੍ਹਾਂ ਨਾਲ ਸਾਡੇ ਪਾਸ ਇਹ ਕੀ ਬਣਦਾ, ਲੀਨੀਅਰ ਪੇਅਰ ਬਣਦਾ, ਰੇਖੀ ਜੋੜਾ ਬਣਦਾ ਹੈ। ਸੋ ਅਸੀਂ ਰੇਖੀ ਜੋੜਾ ਜਾਂ ਲੀਨੀਅਰ ਪੇਅਰ ਦੀ ਜਿਹੜੀ ਕੰਸੈਪਟ ਹੈ ਨਾ, ਦੋ ਐਂਗਲਸ ਦੇ ਉੱਪਰ ਯੂਜ਼ ਕਰ ਲੈਂਦੇ ਹਾਂ। ਐਂਗਲ AGE, ਐਂਗਲ AGE ਅਤੇ ਦੂਸਰਾ ਸਾਨੂੰ ਪੁੱਛਿਆ ਗਿਆ ਐਂਗਲ FGE। ਦੇਖੋ AGE FGE ਤਾਂ ਇਹ ਦੋ ਐਂਗਲ ਬਣਦੇ ਨੇ। ਦੋਨਾਂ ਨੂੰ ਮਿਲ ਕੇ ਕਿੰਨਾ ਬਣਨਾ ਚਾਹੀਦਾ ਸਾਡੇ ਪਾਸ, FGE ਮਿਲ ਕੇ ਕਿੰਨਾ ਬਣੇਗਾ 180 ਡਿਗਰੀ। ਰੀਜ਼ਨ ਕੀ ਹੈ, ਲੀਨੀਅਰ ਪੇਅਰ, ਰੇਖੀ ਜੋੜਾ। ਸੋ AGE ਮੈਂ ਪਤਾ ਕਰ ਲਿਆ 126 ਹੈ। ਸੋ 126 ਦੇ ਵਿੱਚ ਮੈਂ ਕੀ ਐਡ ਕਰਾਂ ਕਿ 180 ਆ ਜੇ, 180 ਆ ਜੇ। ਸੋ 126 ਨੂੰ ਉੱਧਰ ਜਾ ਕੇ ਅਸੀਂ ਮਾਈਨਸ ਕਰ ਦਿੰਦੇ ਹਾਂ, ਸਾਨੂੰ FGE ਪਤਾ ਲੱਗ ਜਾਏਗਾ। ਸੋ FGE ਇਜ਼ ਇਕੁਅਲ ਟੂ 180 ਡਿਗਰੀ ਮਾਈਨਸ 126 ਡਿਗਰੀ। ਤਾਂ ਇਹਨਾਂ ਦੇ ਵਿੱਚ ਡਿਫਰੈਂਸ ਕਿੰਨਾ ਆ ਗਿਆ ਸਾਡੇ ਪਾਸ 54 ਡਿਗਰੀ। ਅਤੇ ਸਾਨੂੰ ਇਹੀ ਪੁੱਛਿਆ ਗਿਆ ਸੀ ਥਰਡ ਐਂਗਲ, ਐਂਗਲ FGE। ਸੋ ਨੈਕਸਟ ਹੈ ਸਾਡੇ ਪਾਸ ਕੁਐਸਚਨ ਨੰਬਰ 4। ਸੋ ਦੋਸਤੋ ਕੁਐਸਚਨ ਨੰਬਰ 4 ਤੇ ਜਾਣ ਤੋਂ ਪਹਿਲਾਂ ਪਲੀਜ਼ ਜੇਕਰ ਕੁਐਸਚਨ ਸਮਝ ਆ ਗਏ ਨੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਰੈਗੂਲਰ ਅਪਡੇਟਸ ਜੋ ਨੇ ਉਹ ਮਿਲਦੇ ਰਹਿਣ। ਇਸ ਤੋਂ ਬਾਅਦ ਸਾਡੇ ਪਾਸ ਕੁਐਸਚਨ ਨੰਬਰ 4 ਜੋ ਕਿ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਹੈ। ਫਾਈਨਲ ਐਗਜ਼ਾਮ ਦੇ ਵਿੱਚ ਕਈ ਵਾਰ ਜਿਹੜਾ ਕੁਐਸਚਨ ਹੈ ਉਹ ਆਇਆ ਹੋਇਆ ਹੈ। ਕੁਐਸਚਨ ਨੰਬਰ 4 ਦੇ ਵਿੱਚ ਸਾਨੂੰ ਇੱਕ ਚਿੱਤਰ ਦਿੱਤਾ ਹੋਇਆ ਹੈ। PQ ਇਜ਼ ਪੈਰਲਲ ਟੂ ST। ਜਿਹੜੀ ਇਹ ਲਾਈਨ PQ ਹੈ ਇਹ ਇਸ ਦੇ ਸਮਾਨਾਂਤਰ ਹੈ, ਪੈਰਲਲ ਹੈ। ਕੋਣ PQR ਸਾਨੂੰ 110 ਡਿਗਰੀ ਦਿੱਤਾ ਹੈ ਅਤੇ ਕੋਣ RST 130 ਦਿੱਤਾ ਹੈ ਦੋਨੇ ਸਾਈਡ। ਅਤੇ ਅਸੀਂ ਪਤਾ ਕੀ ਕਰਨਾ ਹੈ, ਫਾਈਂਡ ਐਂਗਲ QRS। ਇਹ ਵਾਲਾ ਛੋਟਾ ਜਿਹਾ ਐਂਗਲ ਫਾਈਂਡ ਕਰਨਾ ਸੀ, ਇਹ ਵਾਲਾ। ਸੋ ਇਹਦੇ ਵਿੱਚ ਸਾਨੂੰ ਸੰਕੇਤ ਵੀ ਦਿੱਤਾ ਹੈ। ਪੇਪਰ ਦੇ ਵਿੱਚ ਸੰਕੇਤ ਨਹੀਂ ਹੋਏਗਾ, ਤੁਹਾਨੂੰ ਹੁਣੇ ਦੱਸ ਦੇਣਾ। ਜਦੋਂ ਲਾਈਨਾਂ ਸਮਾਨਾਂਤਰ ਹੋਣ ਤਾਂ ਉਹਨਾਂ ਨੂੰ ਵੱਡੀ ਸਾਰੀਆਂ ਬਣਾ ਲੈਣਾ ਚਾਹੀਦਾ ਆਪਾਂ ਨੂੰ, ਐਕਸਟੈਂਡ ਕਰਕੇ ਇੱਥੇ ਤੱਕ, ਤਾਂ ਕਿ ਸਾਨੂੰ ਕਨਸੈਪਟ ਜਿਹੜਾ ਉਹ ਕਲੀਅਰ ਹੋ ਜਾਵੇ ਕਿ ਪਿਕਚਰ ਐਕਚੁਅਲ ਦੇ ਵਿੱਚ ਹੈ ਕੀ ਹੈ। ਤਾਂ ਅਸੀਂ ਇਸ ਲਾਈਨ ਨੂੰ ਇੱਥੇ ਤੱਕ ਐਕਸਟੈਂਡ ਕਰ ਲਾਂਗੇ ਤਾਂ ਕਿ ਪੈਰਲਲ ਲਾਈਨਸ ਬਣ ਜਾਣ। ਇਹ ਕੀ ਬਣ ਜਾਵੇ, ਸਾਡੀ ਇੱਕ ਟਰਾਂਸਵਰਸਲ, ਇੱਧਰ ਵੀ ਟਰਾਂਸਵਰਸਲ ਕਾਟਵੀਂ ਰੇਖਾ। ਸੋ ਆਪਾਂ ਇਹਦੇ ਵਿੱਚੋਂ ਇਨਫੋਰਮੇਸ਼ਨ ਡਰੋ ਕਰਦੇ ਹਾਂ। ਸੋ ਕੁਐਸਚਨ ਨੰਬਰ 4 'ਚ ਸਾਡੇ ਪਾਸ PQ ਪੈਰਲਲ ST, ਇਹ ਦੋ ਐਂਗਲ ਦਿੱਤੇ ਨੇ। ਫਾਈਂਡ ਅਸੀਂ QRS ਕਰਨਾ, ਤਾਂ ਅਸੀਂ ਕਰਨਾ ਕੀ ਹੈ, ਕਿਉਂਕਿ ਜਿਹੜੀਆਂ ਸਾਡੀਆਂ ਲਾਈਨਸ ਨੇ ਨਾ, ਇਹ ਸਾਨੂੰ ਪਤਾ ਨਹੀਂ ਲੱਗ ਰਿਹਾ ਕਿਹੜੀ ਟਰਾਂਸਵਰਸਲ ਹੈ, ਕੌਣ ਕਿੱਥੇ ਜਾ ਰਹੀ ਹੈ। ਤਾਂ ਅਸੀਂ ਇਹਨਾਂ ਨੂੰ ਐਕਸਟੈਂਡ ਕਰ ਲੈਂਦੇ ਹਾਂ ਤਾਂ ਕਿ ਸਾਨੂੰ ਥੋੜ੍ਹਾ ਜਿਹਾ ਕਲੀਅਰ ਹੋਵੇ ਕਿ ਇਹ ਸਾਡੀ ਕੀ ਹੈ, ਇੱਕ ਟਰਾਂਸਵਰਸਲ ਹੈ ਇਸ ਤਰ੍ਹਾਂ। ਤਾਂ ਇਹਨੂੰ ਵੀ ਜੇ ਮੈਂ ਐਕਸਟੈਂਡ ਕਰਨਾ ਤਾਂ ਇਹ ਵੀ ਇੱਕ ਟਰਾਂਸਵਰਸਲ ਹੈ ਇੱਥੇ ਤੱਕ। ਸੋ ਸਾਨੂੰ ਇਹ ਪੁੱਛਿਆ ਗਿਆ ਐਂਗਲ, ਇਹ ਵਾਲਾ ਪੁਆਇੰਟ ਸਾਨੂੰ ਦਿੱਤਾ ਨਹੀਂ ਗਿਆ, ਤਾਂ ਮੈਂ ਇਸ ਪੁਆਇੰਟ ਦਾ ਨਾਮ ਰੱਖ ਲੈਣਾ ਸਪੋਜ਼ PQRSTU। ਇੱਥੇ ਅਸੀਂ ਪੁਆਇੰਟ ਲੈ ਲੈਂਦੇ ਇੱਕ V। ਸੋ ਮੈਂ ਜੋ ਐਂਗਲ ਫਾਈਂਡ ਕਰਨਾ, ਇਹ ਵਾਲਾ ਐਂਗਲ ਫਾਈਂਡ ਕਰਨਾ ਹੈ। ਸੋ ਜੇ ਮੈਂ ਧਿਆਨ ਨਾਲ ਦੇਖਾਂ, ਇੱਕ ਛੋਟੀ ਜਿਹੀ ਟਰਾਈਐਂਗਲ ਬਣ ਰਹੀ ਹੈ। ਸੋ ਟਰਾਈਐਂਗਲ ਦੇ ਤਿੰਨੇ ਐਂਗਲਸ ਦਾ ਸਮ 180 ਹੁੰਦਾ ਹੈ। ਸੋ ਜੇ ਕਿਸੇ ਤਰੀਕੇ ਮੈਨੂੰ ਟਰਾਈਐਂਗਲਸ ਦੇ ਬਾਕੀ ਐਂਗਲ ਪਤਾ ਲੱਗ ਜਾਣ, ਮੀਨਸ ਤੁਸੀਂ ਇਹ ਵਾਲਾ ਐਂਗਲ ਪਤਾ ਲੱਗ ਜੇ ਅਤੇ ਇਹ ਵਾਲਾ, ਫਿਰ ਅਸੀਂ ਐਂਗਲ ਸਮ ਪ੍ਰੋਪਰਟੀ ਆਫ ਟਰਾਈਐਂਗਲ ਲਾ ਸਕਦੇ ਹਾਂ, ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ। ਇਹ ਤਾਂ ਈਜ਼ੀਲੀ ਪਤਾ ਲੱਗ ਜਾਏਗਾ ਕਿਉਂਕਿ ਇੱਥੇ ਕੀ ਬਣਦਾ ਹੈ, ਲੀਨੀਅਰ ਪੇਅਰ, ਰੇਖੀ ਜੋੜਾ ਬਣਦਾ ਹੈ। ਸੋ ਇਹ ਤਾਂ ਅਸੀਂ ਈਜ਼ੀਲੀ ਪਤਾ ਕਰ ਲੈਂਦੇ ਹਾਂ। ਸੋ ਐਂਗਲ PQR ਪਲੱਸ ਐਂਗਲ RQU, ਇਹ ਮਿਲ ਕੇ ਬਣਾਉਂਦੇ ਨੇ 180 ਡਿਗਰੀ। ਰੀਜ਼ਨ ਕੀ ਹੈ, ਰੇਖੀ ਜੋੜਾ, ਲੀਨੀਅਰ ਪੇਅਰ।
ਸੋ ਪੀ ਕਿਊ ਆਰ 110 ਹੈ ਸਾਡੇ ਪਾਸ, ਗਿਵਨ ਹੈ ਸਾਨੂੰ 110 ਡਿਗਰੀ ਹੈ, ਪਲੱਸ ਐਂਗਲ ਆਰ ਕਿਊ ਯੂ ਇਜ਼ ਇਕੁਅਲ ਟੂ 180। ਉੱਧਰ ਜਾ ਕੇ ਅਸੀਂ ਮਾਈਨਸ ਕਰ ਦਾਂਗੇ ਤਾਂ ਸਾਨੂੰ ਇੱਥੋਂ ਐਂਗਲ ਆਰ ਕਿਊ ਯੂ ਪਤਾ ਲੱਗ ਜਾਏਗਾ 180 ਡਿਗਰੀ ਮਾਈਨਸ 110 ਡਿਗਰੀ, ਆਂਸਰ ਆ ਗਿਆ ਸਾਡੇ ਪਾਸ 70 ਡਿਗਰੀ। ਸੋ ਵਿੱਚ ਵਾਲਾ ਐਂਗਲ ਸਾਨੂੰ ਇਹ ਪਤਾ ਲੱਗਿਆ ਹੈ ਇੱਕ ਪਾਰਟ, ਇਹ ਕਿੰਨਾ ਹੈ 70। ਹੁਣ ਜੇ ਕਿਸੇ ਤਰੀਕੇ ਅਸੀਂ ਇਹ ਪਤਾ ਕਰ ਸਕੀਏ ਤਾਂ ਇਹਦੇ ਵਿੱਚ ਸਾਡੇ ਪਾਸ ਕੀ ਹੈ, ਇਹ ਇੱਕ ਪੈਰਲਲ ਲਾਈਨਸ ਨੇ, ਇਹ ਕੋਈ ਟਰਾਂਸਵਰਸਲ ਹੈ, ਤਾਂ ਇਹ ਵਾਲਾ ਐਂਗਲ ਜਿਹੜਾ ਹੋਏਗਾ ਇਸ ਦੇ ਕੀ ਹੋਏਗਾ, ਬਰਾਬਰ ਹੋਏਗਾ ਇਹ ਵਾਲਾ ਐਂਗਲ। ਇੱਥੇ ਸਾਡੇ ਪਾਸ ਕੀ ਬਣਦਾ ਹੈ, ਐਫ ਬਣਦਾ ਹੈ ਇਸ ਤਰ੍ਹਾਂ, ਕੋਰਸਪੋਂਡਿੰਗ ਐਂਗਲਸ। ਸੋ ਇਹ ਐਂਗਲ ਪਤਾ ਲੱਗ ਜਾਏਗਾ, ਇਸ ਤੋਂ ਅਸੀਂ ਅੰਦਰ ਵਾਲਾ ਐਂਗਲ ਫਾਈਂਡ ਕਰ ਲਾਂਗੇ। ਥੋੜ੍ਹਾ ਜਿਹਾ ਲੈਂਥੀ ਹੈ, ਸਟੈਪਸ ਕਈ ਨੇ, ਬਟ ਹੈ ਈਜ਼ੀ ਹੈ। ਸੋ ਐਂਗਲ ਸਾਨੂੰ ਦਿੱਤਾ ਕੀ ਗਿਆ ਹੈ, ਐਸ ਟੀ ਇਜ਼ ਪੈਰਲਲ ਟੂ ਪੀ ਕਿਊ, ਐਸ ਟੀ ਲਾਈਨ ਜਿਹੜੀ ਸਾਡੀ ਪੈਰਲਲ ਹੈ ਪੀ ਕਿਊ ਦੇ, ਤਾਂ ਇਹ ਦੋ ਐਂਗਲ ਕੀ ਬਣਦੇ ਨੇ, ਐਂਗਲ ਯੂ ਐਸ ਟੀ ਇਜ਼ ਇਕੁਅਲ ਟੂ ਐਂਗਲ ਆਰ ਯੂ ਵੀ, ਐਂਗਲ ਆਰ ਯੂ ਵੀ। ਰੀਜ਼ਨ ਕੀ ਹੈ, ਕੋਰਸਪੋਂਡਿੰਗ ਐਂਗਲਸ, ਸੰਗਤ ਕੋਣ ਬਰਾਬਰ ਹੋਣਗੇ। ਸੋ ਇਹ ਐਂਗਲ ਵੀ ਕਿੰਨਾ ਹੋ ਗਿਆ ਸਾਡਾ 130। ਸੋ ਐਂਗਲ ਯੂ ਐਸ ਟੀ ਦੀ ਅਸੀਂ ਵੈਲਿਊ ਪੁੱਟ ਕਰ ਦਿੰਦੇ ਹਾਂ 130। ਸੋ ਦਿਸ ਇਜ਼ ਇਕੁਅਲ ਟੂ ਐਂਗਲ ਆਰ ਯੂ ਵੀ, ਇਹ ਸਾਨੂੰ ਪਤਾ ਲੱਗ ਗਿਆ ਹੈ। ਸੋ ਜੋ ਕਨਸੈਪਟ ਅਸੀਂ ਇੱਧਰ ਤੋਂ ਅੰਦਰ ਲੈ ਕੇ ਗਏ ਹਾਂ ਕਿ ਅਸੀਂ 110 ਤੋਂ 70 ਫਾਈਂਡ ਕੀਤਾ, ਇਸੇ ਤਰ੍ਹਾਂ ਇੱਧਰ ਬਾਹਰ ਤੋਂ ਅਸੀਂ ਇੱਥੇ ਯੂਜ਼ ਕਰ ਲਾਂਗੇ, ਇਹ ਪਤਾ ਲੱਗ ਜਾਏਗਾ ਸਾਨੂੰ ਸਿਮਿਲਰ ਲੀਨੀਅਰ ਪੇਅਰ। ਸੋ ਐਂਗਲ ਆਰ ਯੂ ਵੀ ਪਲੱਸ ਐਂਗਲ ਆਰ ਯੂ ਕਿਊ, ਇਹ ਦੋਨੇ ਮਿਲ ਕੇ ਕੀ ਬਣਾਉਂਦੇ ਨੇ 180 ਡਿਗਰੀ ਰੇਖੀ ਜੋੜਾ, ਲੀਨੀਅਰ ਪੇਅਰ ਹੈ। ਦੂਸਰੀ ਸਾਈਡ ਵੀ ਅਸੀਂ ਇਹ ਸੇਮ ਕਨਸੈਪਟ ਜਿਹੜਾ ਹੈ ਯੂਜ਼ ਕੀਤਾ ਸੀ ਇਸ ਸਾਈਡ, ਤਾਂ ਲੀਨੀਅਰ ਪੇਅਰ ਹੈ, ਇਸ ਦੀ ਵੈਲਿਊ ਅਸੀਂ ਆਰ ਯੂ ਵੀ ਦੀ ਫਾਈਂਡ ਕਰ ਲਈਏ, ਇਹ 130 ਹੈ। ਤਾਂ ਇੱਥੋਂ ਸਾਨੂੰ ਆਰ ਯੂ ਕਿਊ ਜਿਹੜਾ ਉਹ ਪਤਾ ਲੱਗ ਜਾਏਗਾ। ਸੋ 130 ਦੇ ਵਿੱਚ ਕੀ ਐਡ ਕਰਾਂ ਕਿ 180 ਆ ਜੇ, ਤਾਂ ਸਾਡੇ ਪਾਸ ਕੀ ਆ ਜਾਏਗਾ, ਇਹ 50 ਡਿਗਰੀ। 130 ਨੂੰ ਉੱਧਰ ਜਾ ਕੇ ਅਸੀਂ ਸਬਟਰੈਕਟ ਕਰ ਲੈਂਦੇ ਹਾਂ, 180 ਡਿਗਰੀ ਮਾਈਨਸ 130 ਡਿਗਰੀ। ਸੋ ਆਂਸਰ ਕੀ ਆ ਗਿਆ 50 ਡਿਗਰੀ। ਸੋ ਜਿਹੜਾ ਇਹ ਵਿੱਚ ਵਾਲਾ ਐਂਗਲ ਹੈ ਇਹ ਬਣ ਗਿਆ ਸਾਡਾ 50 ਡਿਗਰੀ। ਸੋ ਸਾਡੇ ਪਾਸ ਹੁਣ ਇੱਕ ਟਰਾਈਐਂਗਲ ਬਣ ਗਈ ਹੈ, ਟਰਾਈਐਂਗਲ ਆਰ ਕਿਊ ਯੂ ਇਹ ਵਾਲੀ। ਸੋ ਇਹਦੇ ਸਾਨੂੰ ਤਿੰਨ ਐਂਗਲਸ ਦੇ ਵਿੱਚੋਂ ਦੋ ਐਂਗਲਸ ਪਤਾ ਨੇ 70 50 ਅਤੇ ਥਰਡ ਐਂਗਲ ਅਸੀਂ ਫਾਈਂਡ ਕਰਨਾ ਹੈ। ਸੋ ਐਂਗਲ ਸਮ ਪ੍ਰੋਪਰਟੀ ਲਾ ਲੈਂਦੇ ਹਾਂ ਅਸੀਂ, ਇਨ ਟਰਾਈਐਂਗਲ ਤ੍ਰਿਭੁਜ ਆਰ ਯੂ ਕਿਊ ਵਿੱਚ, ਇਨ ਟਰਾਈਐਂਗਲ ਆਰ ਯੂ ਕਿਊ। ਸੋ ਐਂਗਲ ਸਮ ਪ੍ਰੋਪਰਟੀ, ਐਂਗਲ ਆਰ ਕਿਊ ਯੂ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180, ਆਰ ਯੂ ਕਿਊ ਪਲੱਸ ਐਂਗਲ ਕਿਊ ਆਰ ਯੂ ਜਾਂ ਕਿਊ ਆਰ ਐਸ ਤੱਕ, ਸਾਨੂੰ ਕਿਊ ਆਰ ਐਸ ਪੁੱਛਿਆ ਗਿਆ ਕਿਉਂਕਿ ਸਿਰੇ ਤੱਕ ਜਾਈ ਹੋਈ ਹੈ ਲਾਈਨ, ਤਾਂ ਅਸੀਂ ਕਿਊ ਆਰ ਯੂ ਅਤੇ ਕਿਊ ਆਰ ਐਸ ਸੇਮ ਨੇ, ਤਾਂ ਕਿਊ ਆਰ ਐਸ ਲੈ ਲੈਂਦੇ ਹਾਂ। ਤਿੰਨਾਂ ਦਾ ਸਮ ਕਿੰਨਾ ਹੋਣਾ ਚਾਹੀਦਾ 180 ਡਿਗਰੀ, ਕਿਉਂਕਿ ਸਮ ਆਫ ਐਂਗਲਸ ਆਫ ਏ ਟਰਾਇੰਗਲ ਇਜ਼ 180। ਸੋ ਇਹ ਐਂਗਲ ਅਸੀਂ 70 ਡਿਗਰੀ ਫਾਈਂਡ ਕੀਤਾ ਹੈ। ਆਰ ਯੂ ਕਿਊ ਅਸੀਂ 50 ਡਿਗਰੀ ਫਾਈਂਡ ਕੀਤਾ ਹੈ, ਅਤੇ ਕਿਊ ਆਰ ਐਸ ਅਸੀਂ ਫਾਈਂਡ ਕਰਨਾ ਹੈ, ਇਹ ਸਾਡਾ ਕੁਐਸਚਨ ਹੈ। ਸੋ ਦੋਨਾਂ ਨੂੰ ਮਿਲ ਕੇ ਕਿੰਨਾ ਬਣਦਾ ਹੈ 120 ਡਿਗਰੀ, 120 ਹੋ ਗਿਆ। ਤਾਂ 120 ਦੇ ਵਿੱਚ ਮੈਂ ਕੀ ਐਡ ਕਰਾਂ ਕਿ 180 ਆ ਜੇ, ਤਾਂ 120 ਦੇ ਵਿੱਚ 60 ਐਡ ਕਰਨਾ ਚਾਹੀਦਾ, ਤਾਂ ਚੈੱਕ ਕਰਨ ਵਾਸਤੇ ਅਸੀਂ ਦੂਸਰੀ ਸਾਈਡ ਸਬਟਰੈਕਟ ਕਰ ਦਿੰਦੇ ਹਾਂ। ਸੋ ਕਿਊ ਆਰ ਐਸ ਇਜ਼ ਇਕੁਅਲ ਟੂ 180 ਡਿਗਰੀ ਮਾਈਨਸ 120 ਡਿਗਰੀ। ਸੋ ਆਂਸਰ ਕੀ ਆ ਗਿਆ ਮੇਰੇ ਪਾਸ 60 ਡਿਗਰੀ। ਸੋ ਕਿਊ ਆਰ ਐਸ ਪੁੱਛਿਆ ਸੀ, ਕਿਊ ਆਰ ਐਸ ਅਤੇ ਕਿਊ ਆਰ ਯੂ ਸੇਮ ਨੇ, ਤਾਂ ਆਪਾਂ ਨੇ ਕਿਊ ਆਰ ਐਸ ਲੈ ਲਿਆ ਸੀ ਇੱਥੇ, ਅਤੇ ਕਿਊ ਆਰ ਐਸ ਹੀ ਪੁੱਛਿਆ ਗਿਆ ਸੀ ਸਾਨੂੰ।
ਜੇਕਰ ਅਸੀਂ ਟ੍ਰਾਇੰਗਲ ਦੀ ਗੱਲ ਕਰੀਏ ਤਾਂ ਅਸੀਂ QRU ਲੈ ਸਕਦੇ ਸੀ, ਬਟ QRU ਤੇ QRS ਸੇਮ ਹੀ ਐਂਗਲ ਨੇ। ਸੋ ਸਾਡੇ ਪਾਸ ਇਹੀ ਪੁੱਛਿਆ ਗਿਆ ਸੀ ਤਾਂ ਸਾਡਾ ਆਨਸਰ ਆ ਗਿਆ QRS ਇਜ਼ ਇਕੁਅਲ ਟੂ 60 ਡਿਗਰੀ। ਸੋ ਸਾਡਾ ਕੁਐਸਚਨ ਜਿਹੜਾ ਇੱਥੇ ਫਿਨਿਸ਼ ਹੋ ਗਿਆ। ਇਸ ਤੋਂ ਬਾਅਦ ਸਾਡੇ ਪਾਸ ਕੁਐਸਚਨ ਨੰਬਰ 5। ਕੁਐਸਚਨ ਨੰਬਰ 5 ਦੇ ਵਿੱਚ ਸਾਡੇ ਪਾਸ ਦੋ ਪੈਰਲਲ ਲਾਈਨਸ ਨੇ, AB ਪੈਰਲਲ CD, ਤੇ ਇੱਕ ਐਂਗਲ ਸਾਨੂੰ ਗਿਵਨ ਹੈ ਐਂਗਲ APQ। ਐਂਗਲ APQ ਇਹ 50 ਡਿਗਰੀ ਹੈ, ਤੇ ਦੂਸਰਾ ਸਾਡੇ ਪਾਸ ਐਂਗਲ PRD 127 ਹੈ, PRD 127 ਹੈ, ਤੇ ਸਾਨੂੰ X ਐਂਡ Y ਪੁੱਛੇ ਗਏ ਨੇ, X ਐਂਡ Y। ਸੋ ਬੜਾ ਈਜ਼ੀ ਹੈ ਕੁਐਸਚਨ। ਸੋ ਇਹ ਵਾਲੀ ਫਿਗਰ ਹੈ ਸਾਡੇ ਪਾਸ, ਤਾਂ ਜਿੱਥੇ ਨਾਮ ਸਾਡੇ ਪਾਸ ਮਿਸਿੰਗ ਸੀ ਅਸੀਂ ਨੇਮਿੰਗ ਕਰ ਲਈ ਹੈ। ਸੋ ਜੇ ਮੈਂ ਧਿਆਨ ਨਾਲ ਦੇਖਾਂ ਸਾਨੂੰ X ਪੁੱਛਿਆ ਗਿਆ, ਤਾਂ ਜਿਵੇਂ ਦਾ X ਇਹ ਲਾਈਨ ਪੈਰਲਲ ਹੈ, AB ਪੈਰਲਲ ਹੈ CD ਦੇ, ਤੇ ਇਹ ਇੱਕ ਕੋਈ ਟਰਾਂਸਵਰਸਲ ਆ ਰਹੀ ਹੈ ਇਸ ਤਰ੍ਹਾਂ, ਤਾਂ ਇੱਥੇ Z ਬਣ ਰਿਹਾ ਹੈ ਇਹ ਵਾਲਾ। ਸੋ ਇਹ ਐਂਗਲ ਤੇ ਇਹ ਐਂਗਲ ਕੀ ਨੇ? ਅਲਟਰਨੇਟ ਇੰਟੀਰੀਅਰ ਐਂਗਲਸ। ਸੋ ਸੋਲਿਊਸ਼ਨ ਦੇ ਵਿੱਚ AB ਇਜ਼ ਪੈਰਲਲ ਟੂ AB ਜਿਹੜੀ ਹੈ ਉਹ CD ਦੇ ਸਮਾਨ ਅੰਤਰ ਹੈ। ਸੋ ਐਂਗਲ APQ, ਐਂਗਲ APQ ਇਜ਼ ਇਕੁਅਲ ਟੂ Z ਬਣਨਾ ਇੱਥੇ ਇੱਦਾਂ PQR, ਐਂਗਲ PQR ਅਲਟਰਨੇਟ ਇੰਟੀਰੀਅਰ ਐਂਗਲਸ, ਅੰਦਰੂਨੀ ਇਕਾਂਤਰ ਕੋਣ। ਸੋ APQ ਸਾਨੂੰ ਪਤਾ ਹੈ 50 ਹੈ, ਤੇ PQR X ਹੈ। ਸੋ X ਕੀ ਹੈਗਾ ਸਾਡੇ ਪਾਸ 50 ਡਿਗਰੀ। ਸੋ ਦੇਖੋ ਬੜਾ ਈਜ਼ੀ ਹੈ। ਜੇ 4 ਨੰਬਰ ਦਾ ਕੁਐਸਚਨ ਹੈ ਤਾਂ 2 ਨੰਬਰ ਤਾਂ ਫ੍ਰੀ ਪਏ ਨੇ ਇੱਥੇ ਸਾਡੇ ਕੋਲ। X ਦੀ ਵੈਲਿਊ ਫਾਈਂਡ ਹੋ ਗਈ ਹੈ। ਦੂਸਰਾ ਸਾਡੇ ਪਾਸ ਇੱਕ A ਟਰਾਂਸਵਰਸਲ ਹੈ, ਇੱਕ A ਵੀ ਟਰਾਂਸਵਰਸਲ ਹੈ। ਸੋ ਜੇ ਮੈਂ ਇਸ ਟਰਾਂਸਵਰਸਲ ਦੀ ਗੱਲ ਕਰਾਂ ਤਾਂ Z ਬਣਦਾ ਇੱਥੇ। ਕਹਿਣ ਤੋਂ ਭਾਵ ਕੀ ਹੈ, ਇੱਥੋਂ ਇੱਧਰ ਵੱਲ ਐਂਗਲ APR ਇਜ਼ ਇਕੁਅਲ ਟੂ ਐਂਗਲ PRD। ਸੇਮ ਕੰਸੈਪਟ ਲੱਗ ਸਕਦੀ ਹੈ। ਸੋ ਐਂਗਲ APR is equal to angle PRD। ਰੀਜ਼ਨ ਸੇਮ ਹੈ, ਅੰਦਰੂਨੀ ਇਕਾਂਤਰ ਕੋਣ ਨੇ, ਅਲਟਰਨੇਟ ਇੰਟੀਰੀਅਰ ਐਂਗਲਸ ਨੇ। ਸੋ APR PRD 127 ਹੈ। ਸੋ ਇੱਥੋਂ ਸਾਨੂੰ ਐਂਗਲ APR ਪਤਾ ਚੱਲ ਗਿਆ ਕਿ ਇਹ ਕਿੰਨਾ ਬਣ ਗਿਆ 127 ਡਿਗਰੀ, 127 ਡਿਗਰੀ। ਹੁਣ ਜਿਹੜਾ ਐਂਗਲ APR ਹੈ, ਜੇ ਮੈਂ ਧਿਆਨ ਨਾਲ ਦੇਖਾਂ ਤਾਂ ਇਹ ਦੋ ਹਿੱਸਿਆਂ ਤੋਂ ਬਣਿਆ ਹੋਇਆ ਐਂਗਲ APR। ਇਹਦੇ ਵਿੱਚ ਦੋ ਪਾਰਟਸ ਨੇ, ਐਂਗਲ APQ ਤੇ ਐਂਗਲ RPQ। ਇਹ ਵੱਡਾ ਐਂਗਲ ਹੈ, ਇਹਦੇ ਵਿੱਚ ਦੋ ਪਾਰਟਸ ਕਿਹੜੇ ਨੇ? ਕਿੰਨਾ ਕੁ ਹੈ ਇੱਥੇ ਤੱਕ ਤੇ ਕਿੱਥੋਂ ਇੱਥੇ ਤੱਕ। ਸੋ ਇਹ ਦੋ ਹਿੱਸਿਆਂ ਤੋਂ ਬਣਿਆ ਐਂਗਲ APQ, ਐਂਗਲ APQ ਪਲੱਸ ਦੂਸਰਾ ਹਿੱਸਾ ਕਿਹੜਾ ਹੈ? ਐਂਗਲ QPR। ਮਿਲ ਕੇ ਕਿੰਨਾ ਬਣਦਾ ਹੈ 127 ਡਿਗਰੀ। ਸੋ ਜਿਹੜਾ APQ ਹੈ ਇਹ 50 ਡਿਗਰੀ ਹੈ, ਸਾਨੂੰ ਦਿੱਤਾ ਹੋਇਆ ਹੈ, ਪਲੱਸ QPR ਸਾਡੇ ਪਾਸ Y ਹੈ ਇਜ਼ ਇਕੁਅਲ ਟੂ 127 ਡਿਗਰੀ। ਸੋ ਮੈਂ 50 ਦੇ ਵਿੱਚ ਕਿੰਨਾ ਐਡ ਕਰਾਂ ਕਿ 127 ਆ ਜੇ। ਸੋ ਇੱਥੋਂ ਹੀ ਪਤਾ ਲੱਗ ਸਕਦਾ, ਜਾਂ ਅਸੀਂ ਦੂਸਰੀ ਸਾਈਡ ਜਾ ਕੇ ਸਬਟਰੈਕਟ ਕਰ ਲੈਂਦੇ ਹਾਂ। ਸੋ Y ਇਜ਼ ਇਕੁਅਲ ਟੂ 127 ਡਿਗਰੀ ਮਾਈਨਸ 50 ਡਿਗਰੀ। ਸੋ Y ਕਿੰਨਾ ਆ ਗਿਆ ਮੇਰੇ ਪਾਸ 77 ਡਿਗਰੀ। ਸੋ ਸਾਨੂੰ ਇਹ ਦੋਨੋਂ ਐਂਗਲ ਪੁੱਛੇ ਗਏ ਸੀ। ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕੁਐਸਚਨ ਇੰਪੋਰਟੈਂਟ ਹੈ ਅਤੇ ਈਜ਼ੀ ਵੀ ਹੈ। ਦੋ ਕੰਸੈਪਟ ਯੂਜ਼ ਕੀਤੇ ਨੇ, ਦੋਨੋਂ ਵਾਰ Z ਲਿਆਇਆ ਸੀ। ਇੱਧਰ ਵੀ ਅਲਟਰਨੇਟ ਇੰਟੀਰੀਅਰ ਐਂਗਲ ਸਿੱਧਾ X ਤੇ 50 ਬਰਾਬਰ ਆ ਗਏ, ਇੱਧਰ ਵੀ ਅਲਟਰਨੇਟ ਇੰਟੀਰੀਅਰ ਐਂਗਲ ਇਹ 127 ਦੇ ਬਰਾਬਰ ਆ ਗਿਆ, ਅਤੇ 50 ਨਾਲ ਜੋੜ ਕੇ ਬਣਦਾ ਹੈ ਤਾਂ ਬਾਕੀ ਕਿੰਨੇ ਰਹਿ ਗਏ 77। ਸੋ ਦੋਸਤੋ ਜਿਹੜਾ ਕੁਐਸਚਨ ਨੰਬਰ 6 ਹੈ ਉਹ ਐਕਸਪਲੇਨ ਕਰ ਦਿੰਦੇ ਆਪਾਂ। ਵੈਸੇ ਇੰਨਾ ਇੰਪੋਰਟੈਂਟ ਨਹੀਂ ਹੈ, ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਤਾਂ ਬਿਲਕੁਲ ਨਹੀਂ ਹੈ।
ਕੁਐਸਚਨ ਨੰਬਰ 6 ਇਹ ਜਿਹੜਾ ਇਹ ਸਾਇੰਟੀਫਿਕ ਇੱਕ ਦੇ ਬੇਸਡ ਹੈ, ਸਾਇੰਸ ਦਾ ਕੁਐਸਚਨ ਹੈ ਇੱਕ ਤਰੀਕੇ ਨਾਲ। ਸਾਡੇ ਪਾਸੇ ਫਿਗਰ ਹੈ, ਦੋ ਸ਼ੀਸ਼ੇ ਲੱਗੇ ਹੋਏ ਨੇ, ਮਿਰਰਸ ਨੇ। ਇੱਧਰੋਂ ਅਸੀਂ ਇੱਕ ਲਾਈਨ ਜਿਹੜੀ ਹੈ ਇਨਸੀਡੈਂਟ ਕਰਦੇ ਹਾਂ, ਜਿਸ ਨੂੰ ਅਸੀਂ ਇਨਸੀਡੈਂਟ ਰੇ ਕਹਿੰਦੇ ਹਾਂ, ਆਪਾਤੀ ਕਿਰਨ। ਅਤੇ ਉਹ ਇੱਥੋਂ ਰਿਫਲੈਕਟ ਹੁੰਦੀ ਹੈ ਅਤੇ ਵਾਪਸ ਇੱਥੋਂ ਚਲੇ ਜਾਂਦੀ ਹੈ ਨਾ। ਤਾਂ ਅਸੀਂ ਪ੍ਰੂਵ ਕਰਨਾ ਹੈ ਕਿ ਜੇਕਰ ਸਾਡੇ ਜਿਹੜੇ ਸ਼ੀਸ਼ੇ ਨੇ PQ ਅਤੇ RS ਇਹ ਦੋਨੇ ਇੱਕ ਦੂਜੇ ਦੇ ਪੈਰਲਲ ਨੇ, ਤਾਂ ਅਸੀਂ ਪ੍ਰੂਵ ਕਰਨਾ ਹੈ ਕਿ ਜਿਹੜੀ AB ਲਾਈਨ ਹੈ ਇਹ ਕਿਹਦੇ ਪੈਰਲਲ ਹੈ, CD ਦੇ। ਇਹ ਵਾਲੀ ਇਹ ਪੈਰਲਲ ਨੇ ਸ਼ੀਸ਼ੇ। ਤਾਂ ਅਸੀਂ ਪ੍ਰੂਵ ਕੀ ਕਰਨਾ ਹੈ ਕਿ AB ਕੀ ਹੈ, ਪੈਰਲਲ ਟੂ CD ਹੈ। ਸੋ ਇਹਦੇ ਵਿੱਚ ਅਸੀਂ ਸਾਇੰਟੀਫਿਕ ਜਿਹੜੀ ਕਨਸੈਪਟ ਆ ਉਹ ਯੂਜ਼ ਕਰਾਂਗੇ, ਨਾਲ ਐਕਸਪਲੇਨ ਕਰ ਦਿੰਦੇ ਹਾਂ ਕਿ ਜਦੋਂ ਵੀ ਕਦੇ ਕੋਈ ਇਨਸੀਡੈਂਟ ਲਾਈਨ ਹੁੰਦੀ ਹੈ ਤਾਂ ਉਹਦਾ ਐਂਗਲ ਆਫ ਇਨਸੀਡੈਂਸ ਅਤੇ ਐਂਗਲ ਆਫ ਰਿਫਲੈਕਸ਼ਨ, ਜਿਸ ਐਂਗਲ 'ਤੇ ਅਸੀਂ ਉਸ ਨੂੰ ਸੁੱਟਿਆ ਹੈ ਤਾਂ ਉਸੇ ਐਂਗਲ 'ਤੇ ਉਹ ਵਾਪਸ ਜਾਂਦੀ ਹੈ। ਇਸੇ ਤਰ੍ਹਾਂ ਇੱਧਰ ਵੀ ਜਿਸ ਐਂਗਲ 'ਤੇ ਉਹ ਆਏਗੀ, ਇਹ ਵਾਲਾ ਇਨਸੀਡੈਂਟ ਐਂਗਲ ਕਿਸ ਦੇ ਬਰਾਬਰ ਹੋਏਗਾ, ਰਿਫਲੈਕਸ਼ਨ ਦੇ ਬਰਾਬਰ ਹੋਏਗਾ। ਸੋ ਇਹ ਐਂਗਲ ਇਸ ਦੇ ਬਰਾਬਰ ਹੈ, ਇਹ ਐਂਗਲ ਇਸ ਦੇ ਬਰਾਬਰ ਹੈ। ਤਾਂ ਇਹ ਚੀਜ਼ ਯੂਜ਼ ਕਰਕੇ ਅਸੀਂ ਪ੍ਰੂਵ ਕਰਨਾ ਹੈ ਕਿ ਜਿਹੜੀ AB ਹੈ ਉਹ ਪੈਰਲਲ ਟੂ ਕਿਹਦੀ ਹੈ, CD ਦੇ ਆ। ਸੋ ਦੋਸਤੋ ਸਾਡੇ ਪਾਸ ਇਹ ਚਿੱਤਰ ਹੈ, ਇਹ ਸਾਡੇ ਪਾਸ ਦੋ ਸ਼ੀਸ਼ੇ ਨੇ। ਇਹ AB ਇਨਸੀਡੈਂਟ ਰੇ ਆ, ਆਪਾਤੀ ਹੈ, ਇਹ ਇੱਥੇ ਵੱਜ ਰਹੀ ਹੈ ਅਤੇ ਰਿਫਲੈਕਟ ਹੋ ਰਹੀ ਹੈ, ਵਾਪਸ ਆ ਰਹੀ ਹੈ। ਫਿਰ ਇੱਥੋਂ ਆਪਾਤੀ ਬਣ ਕੇ ਫਿਰ ਇੱਥੇ ਰਿਫਲੈਕਟ ਹੋ ਰਹੀ ਹੈ। ਤਾਂ ਸਾਨੂੰ ਦਿੱਤਾ ਕੀ ਹੈ ਕਿ PQ ਅਤੇ RS ਦੋਨੇ ਸ਼ੀਸ਼ੇ ਕੀ ਨੇ, ਸਮਾਨਾਂਤਰ ਨੇ। ਅਤੇ ਅਸੀਂ ਸਿੱਧ ਕੀ ਕਰਨਾ ਹੈ ਕਿ ਪ੍ਰੂਵ ਕਰੋ ਕਿ AB ਜਿਹੜੀ ਆ ਉਹ CD ਦੇ ਪੈਰਲਲ ਹੋਏਗੀ। ਤਾਂ ਜੇ ਅਸੀਂ ਕਿਸੇ ਚੀਜ਼ ਨੂੰ ਸਮਾਨਾਂਤਰ ਪ੍ਰੂਵ ਕਰਨਾ, ਪੈਰਲਲ ਪ੍ਰੂਵ ਕਰਨਾ, ਤਾਂ ਅਸੀਂ ਜਾਂ ਤਾਂ ਸੰਗਤ ਕੋਣ ਬਰਾਬਰ ਸਿੱਧ ਕਰਦੇ ਹਾਂ ਜਾਂ ਅੰਦਰੂਨੀ ਇਕਾਂਤਰ ਕੋਣ ਬਰਾਬਰ ਕਰ ਦਿੰਦੇ ਹਾਂ। ਤਾਂ ਜੇ ਮੈਂ ਇੱਥੇ ਧਿਆਨ ਨਾਲ ਦੇਖਿਆ Z ਬਣ ਰਿਹਾ। ਸੋ ਇੱਕ ਤਰ੍ਹਾਂ ਨਾਲ ਜੇ ਮੈਂ ਅੰਦਰੂਨੀ ਇਕਾਂਤਰ ਕੋਣ ਐਂਗਲ ABC ਸਿੱਧ ਕਰ ਦੇਵਾਂ ਐਂਗਲ BCD ਦੇ, ਤਦ ਸਾਡਾ ਜਿਹੜੀਆਂ ਲਾਈਨਾਂ ਨੇ AB ਅਤੇ CD ਕੀ ਹੋ ਜਾਣਗੀਆਂ, ਪੈਰਲਲ ਸਿੱਧ ਹੋ ਜਾਣਗੀਆਂ। ਇੱਕ ਤਰੀਕੇ ਨਾਲ ਅਸੀਂ ਇਹ ਪ੍ਰੂਵ ਕਰਨਾ ਹੈ, ਅੰਦਰੂਨੀ ਇਕਾਂਤਰ ਕੋਣਾਂ ਦਾ ਜੋੜਾ ਬਰਾਬਰ ਸਿੱਧ ਕਰਨਾ ਹੈ। ਸੋ ਸਬੂਤ ਦੇ ਵਿੱਚ ਅਸੀਂ ਕੀ ਲਿਖ ਸਕਦੇ ਹਾਂ, ਪ੍ਰੂਫ ਦੇ ਵਿੱਚ AB ਆਪਾਤੀ ਕਿਰਨ ਹੈ ਅਤੇ ਇੱਧਰ BC ਰਿਫਲੈਕਟਡ ਹੈ, ਮੀਨਜ਼ ਇਹ ਇਨਸੀਡੈਂਟ ਹੈ, ਰਿਫਲੈਕਟਡ ਹੈ। ਤਾਂ ਐਂਗਲ X ਅਤੇ ਐਂਗਲ ਕੀ ਹੋਣਗੇ, Y ਹੋਣਗੇ। ਕਿਉਂ? ਕਿਉਂਕਿ ਐਂਗਲ ਆਫ ਇਨਸੀਡੈਂਸ ਅਤੇ ਐਂਗਲ ਆਫ ਰਿਫਲੈਕਸ਼ਨ ਕੀ ਹੁੰਦੇ ਨੇ, ਬਰਾਬਰ ਹੁੰਦੇ ਨੇ। ਸੋ ਐਂਗਲ ਆਫ ਇਨਸੀਡੈਂਸ ਅਤੇ ਐਂਗਲ ਆਫ ਰਿਫਲੈਕਸ਼ਨ ਕੀ ਨੇ, ਬਰਾਬਰ ਨੇ। ਸੇਮ ਕੰਸੈਪਟ ਅਸੀਂ Z ਅਤੇ V ਪਰ ਲਾ ਸਕਦੇ ਹਾਂ। ਇੱਧਰੋਂ ਲਾਈਨ ਰੇਖਾ ਆਈ ਕੋਈ ਸਾਡੇ ਪਾਸ, ਲਾਈਟ ਆਈ ਅਤੇ ਉਹ ਇਨਸੀਡੈਂਟ ਹੋਈ ਅਤੇ ਇੱਥੋਂ ਰਿਫਲੈਕਟ ਹੋ ਗਈ। ਸੋ Z ਅਤੇ V ਵੀ ਕੀ ਹੋਣਗੇ, ਬਰਾਬਰ ਹੋਣਗੇ। ਸੇਮ ਰੀਜ਼ਨ ਹੈ। ਸੋ ਇਹ ਦੋ ਗੱਲਾਂ ਕਲੀਅਰ ਹੋ ਗਈਆਂ, ਕਿਉਂਕਿ ਇਹ ਸਾਇੰਟੀਫਿਕ ਲੌਜਿਕ ਹੈ ਜਿਹੜਾ ਅਸੀਂ ਸਾਇੰਸ ਦੀ ਕੰਸੈਪਟ ਯੂਜ਼ ਕਰ ਰਹੇ ਹਾਂ ਕਿ ਐਂਗਲ ਆਫ ਇਨਸੀਡੈਂਸ ਅਤੇ ਐਂਗਲ ਆਫ ਰਿਫਲੈਕਸ਼ਨ ਕੀ ਹੁੰਦੇ ਨੇ, ਬਰਾਬਰ ਹੁੰਦੇ ਨੇ। ਕਿ ਜਿੰਨੇ ਐਂਗਲ 'ਤੇ ਅਸੀਂ ਕਿਰਨ ਲਾਈਟ ਜਿਹੜੀ ਮਾਰੀ ਹੈ, ਉਸੇ ਐਂਗਲ ਤੋਂ ਜਿਹੜੀ ਕਿਰਨ ਲਾਈਟ ਹੈ ਉਹ ਰਿਫਲੈਕਟ ਹੁੰਦੀ ਹੈ, ਵਾਪਸ ਮੁੜਦੀ ਹੈ। ਸੋ ਦੂਸਰਾ ਸਾਡੇ ਪਾਸ ਕੀ ਹੈ, ਇਹ ਸਾਡੇ ਕੀ ਨੇ, ਲੰਬ ਨੇ। ਇਹ ਜਿਸ ਬਿੰਦੂ 'ਤੇ ਅਸੀਂ ਪੁਆਇੰਟ ਆਫ ਇਨਸੀਡੈਂਟ ਹੁੰਦਾ ਉੱਥੇ ਅਸੀਂ ਲੰਬ ਡਰਾਅ ਕਰਦੇ ਹਾਂ ਇਸ ਤਰ੍ਹਾਂ, ਉਹਦੇ ਨਾਲ ਐਂਗਲ ਬਣਦੇ ਨੇ। ਇਸੇ ਤਰ੍ਹਾਂ ਇੱਥੇ ਬਿੰਦੂ ਦੇ ਲਾਈਨ ਜਿਹੜੀ ਆ ਇਨਸੀਡੈਂਟ ਹੋਈ ਹੈ ਤਾਂ ਅਸੀਂ ਇੱਥੇ ਇੱਕ ਪਰਪੈਂਡੀਕੂਲਰ ਡਰਾਅ ਕੀਤਾ, ਲੰਬ ਡਰਾਅ ਕੀਤਾ ਹੈ। ਹੁਣ ਜੇ PQ ਅਤੇ RS ਕੀ ਨੇ, ਪੈਰਲਲ ਨੇ। ਸਾਨੂੰ ਗਿਵਨ ਹੈ PQ ਇਜ਼ ਪੈਰਲਲ ਟੂ RS। ਸੋ ਜੇ ਦੋ ਲਾਈਨਾਂ ਪੈਰਲਲ ਨੇ ਅਤੇ ਇਹਨਾਂ ਦੇ ਉੱਪਰ ਮੈਂ ਕੋਈ ਲੰਬ ਰੇਖਾ ਡਰਾਅ ਕਰਦਾ, ਮੈਂ ਇਸ ਸਾਈਡ ਅਤੇ ਇੱਧਰ ਲੰਬ ਡਰਾਅ ਕਰਦਾ, ਤਾਂ ਇਹ ਲੰਬ ਵੀ ਆਪਸ 'ਚ ਕੀ ਹੁੰਦੇ ਨੇ, ਪੈਰਲਲ ਹੁੰਦੇ ਨੇ। ਦੈਟ ਮੀਨਸ BT ਜਿਹੜੀ ਆ ਪੈਰਲਲ ਹੈ UC ਦੇ। BT ਇਜ਼ ਪੈਰਲਲ ਟੂ UC, ਇਹ ਵਾਲੀ ਵੀ ਪੈਰਲਲ ਹੋ ਗਈ। ਸੋ BT ਅਤੇ UC ਕੀ ਨੇ, ਪੈਰਲਲ ਨੇ। ਇਹ ਕੋਈ ਕਾਟਵੀਂ ਰੇਖਾ ਹੈ, ਇਹ ਟਰਾਂਸਵਰਸਲ ਹੈ। ਕਹਿਣ ਤੋਂ ਭਾਵ ਕੀ ਹੈ, ਇਹ ਸਾਡੇ ਪਾਸ ਫਿਰ ਤੋਂ ਕੀ ਬਣ ਰਿਹਾ, Z। ਬੜਾ ਗੁੰਝਲਦਾਰ ਜਿਹਾ ਹੈ, ਇੱਥੋਂ ਇੱਧਰ ਵੱਲ Z ਬਣ ਰਿਹਾ ਹੈ। ਇਹ ਅੰਦਰੂਨੀ ਇਕਾਂਤਰ ਕੋਣ ਬਣ ਰਹੇ ਨੇ। ਸੋ ਸਾਡੇ ਪਾਸ ਕੀ ਹੈ, ਸੈਕੰਡ ਸਟੈਪ ਦੇ ਵਿੱਚ BT ਪੈਰਲਲ ਹੈ ਪੈਰਲਲ ਹੈ UC ਦੇ। ਤਾਂ ਜਦੋਂ ਪੈਰਲਲ ਹੈ ਦੈਟ ਮੀਨਸ ਐਂਗਲ Y ਇਜ਼ ਇਕੁਅਲ ਟੂ ਐਂਗਲ Z। ਰੀਜ਼ਨ ਕੀ ਹੈ, ਅੰਦਰੂਨੀ ਇਕਾਂਤਰ ਕੋਣ, ਅਲਟਰਨੇਟ ਇੰਟੀਰੀਅਰ ਐਂਗਲਸ। ਸੋ Y ਇਜ਼ ਇਕੁਅਲ ਟੂ Z ਹੋ ਗਿਆ। ਜਦੋਂ ਮੈਂ ਨਾ ਸਾਰਿਆਂ ਨੂੰ ਮਿਲਾਨਾ ਹੈ, X ਇਜ਼ ਇਕੁਅਲ ਟੂ Y, Y ਇਜ਼ ਇਕੁਅਲ ਟੂ Z, Z ਇਜ਼ ਇਕੁਅਲ ਟੂ V। ਸੋ ਜਦੋਂ ਮੈਂ ਤਿੰਨੇ ਰਿਲੇਸ਼ਨਸ ਨੂੰ ਕੰਬਾਈਨ ਕਰੂੰਗਾ, ਮੇਰੇ ਪਾਸ ਕੀ ਆ ਜਾਂਦਾ, ਐਂਗਲ X ਇਜ਼ ਇਕੁਅਲ ਟੂ ਐਂਗਲ Y ਇਜ਼ ਇਕੁਅਲ ਟੂ ਐਂਗਲ Z ਇਜ਼ ਇਕੁਅਲ ਟੂ ਐਂਗਲ V। ਸਾਰੇ ਐਂਗਲ ਬਰਾਬਰ ਹੋ ਗਏ। ਸੋ ਹੁਣ ਮੈਂ ਪ੍ਰੂਵ ਕੀ ਕਰਨਾ ਹੈ, ਐਂਗਲ ABC ਕਿਸ ਤੋਂ ਮਿਲ ਕੇ ਬਣਿਆ, X ਅਤੇ Y ਤੋਂ। ਤਾਂ ਮੈਂ X ਦੇ ਵਿੱਚ Y ਜੋੜ ਲੈਣਾ ਹੈ, ਦੋਨੇ ਬਰਾਬਰ ਹੀ ਨੇ, ਕੋਈ ਇਸ਼ੂ ਨਹੀਂ ਹੈ। ਦੂਸਰੀ ਸਾਈਡ Z ਅਤੇ
V ਨੇ, ਐਂਗਲ BCD ਤਾਂ Z ਤੇ V ਤੋਂ ਮਿਲ ਕੇ ਬਣਿਆ ਇਹ। ਤਾਂ ਮੈਂ ਕੀ ਕਰਦਾ ਜੀ, ਸੋ X + Y = Z + V, ਕਿਉਂਕਿ ਸਾਰੇ ਬਰਾਬਰ ਨੇ। ਜੇ ਇਹ 50 ਹੈ ਤਾਂ ਇਹ ਵੀ 50 ਹੈ, ਇਹ ਵੀ 50 ਹੈ, ਇਹ ਵੀ 50 ਹੈ। ਚਾਹੇ 50 ਦੇ ਵਿੱਚ 50 ਜੋੜਿਆ 100, 50 'ਚ 50 ਜੋੜਿਆ 100, ਬਰਾਬਰ ਹੀ ਰਹਿਣਗੇ। ਸੋ X + Y ਮਿਲ ਕੇ ਕੀ ਬਣਾਉਂਦੇ ਨੇ ਇਹ ਸਾਡੇ ਪਾਸ, X + Y ਮਿਲ ਕੇ ਬਣਾਉਂਦਾ ਐਂਗਲ ABC, ਅਤੇ ZV ਮਿਲ ਕੇ ਬਣਾਉਂਦੇ ਨੇ BCD। ਸੋ ਮੇਰੇ ਪਾਸ ਕੀ ਆ ਗਿਆ, ਐਂਗਲ ABC = ਐਂਗਲ BCD। ਤਾਂ ਅਸੀਂ ਇੱਥੇ ਲਿਖ ਸਕਦੇ ਹਾਂ, ਅੰਦਰੂਨੀ ਇਕਾਂਤਰ ਕੋਣਾਂ ਦਾ ਇੱਕ ਜੋੜਾ ਬਰਾਬਰ ਹੈ। ਸੋ ਰੀਜ਼ਨ ਕੀ ਹੈ, ਅੰਦਰੂਨੀ ਇਕਾਂਤਰ ਕੋਣਾਂ ਦਾ ਇੱਕ ਜੋੜਾ ਬਰਾਬਰ ਹੈ। ਅ ਪੇਅਰ ਆਫ ਅਲਟਰਨੇਟ ਇੰਟੀਰੀਅਰ ਐਂਗਲ ਇਜ਼ ਇਕੁਅਲ, ਦੈਟ ਮੀਨਸ ਲਾਈਨ AB ਇਜ਼ ਪੈਰਲਲ ਟੂ CD। ਜੇਕਰ ਇਕਾਂਤਰ ਕੋਣ ਬਰਾਬਰ ਨੇ ਤਾਂ ਲਾਈਨਾਂ ਪੈਰਲਲ ਹੋਣਗੀਆਂ, ਜੇ ਲਾਈਨਾਂ ਪੈਰਲਲ ਹੋਣ ਤਾਂ ਅੰਦਰੂਨੀ ਇਕਾਂਤਰ ਕੋਣ ਬਰਾਬਰ ਹੋਣਗੇ। ਸੋ ਦੋਸਤੋ, ਉਮੀਦ ਹੈ ਐਕਸਰਸਾਈਜ਼ 6.2 ਤੁਹਾਨੂੰ ਸਮਝ ਆਈ ਹੋਏਗੀ। ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪਲੀਜ਼ ਕੌਮੈਂਟ ਜ਼ਰੂਰ ਕਰਿਆ ਕਰੋ ਅਤੇ ਫੀਡਬੈਕ ਜ਼ਰੂਰ ਦਿਆ ਕਰੋ। ਇਸ ਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਨਵੀਆਂ ਤੋਂ ਨਵੀਆਂ ਵੀਡੀਓਜ਼ ਬਣਾਉਣ ਦੇ ਲਈ। ਸੋ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ 'ਤੇ ਆਉਣ ਲਈ ਧੰਨਵਾਦ।